ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਪੰਜਾਬ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਹੈ ਉਸ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਤੁਸੀਂ ਇਹਨਾਂ ਨੂੰ। ਇਹਨਾਂ ਦਾ ਫੋਨ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ, ਨੰਬਰ 209-277-1013 2092771013 ਦੇ ਉੱਤੇ। 2 ਲੋਕੇਸ਼ਨਜ਼ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ। ਅਸੀਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਤੇ ਕਹਿੰਦੇ ਹੁਣ ਇੱਕ ਹਸਪਤਾਲ ਨੇ ਬਣਾ ਦਿੱਤਾ ਪੱਥਰੀ ਦੇ ਆਪਰੇਸ਼ਨ ਦਾ 17 ਲੱਖ ਦਾ ਬਿੱਲ। ਦੇਖੋ, ਇਹ ਜਿਹੜੇ ਹਸਪਤਾਲਾਂ ਦੇ ਬਿੱਲ ਆ, ਇਹਨਾਂ ਬਿੱਲਾਂ ਨੂੰ ਵੇਖ ਕੇ ਚੰਗੇ ਭਲੇ ਬੰਦਿਆਂ ਦਿਲਾਂ ਦਾ ਮਰੀਜ਼ ਹੋ ਜਾਵੇ ਜੀ। ਇਹੋ ਜਿਹੇ ਬਿੱਲ ਇਹ ਦਿੰਦੇ ਆ ਕਿ ਬੰਦਾ ਹਿੱਲ ਜਾਂਦਾ। ਇਹ ਜਿਹੜਾ ਬਿੱਲ ਆ 17 ਲੱਖ ਰੁਪਈਏ ਦਾ ਇੱਕ ਹਸਪਤਾਲ ਨੇ ਬਣਾ ਦਿੱਤਾ। ਔਰ ਕਾਹਦਾ? ਇੱਕ ਜਿਹੜਾ ਆਮ ਜਿਹਾ ਗਿਣਿਆ ਜਾਂਦਾ ਆਪਰੇਸ਼ਨ ਆ, ਪੱਥਰੀ ਦਾ ਆਪਰੇਸ਼ਨ ਜੀ। ਸੋ ਇਹ ਕੋਈ ਮਾਮਲਾ ਜਿਹੜਾ ਹਰਿਆਣੇ ਦੇ ਇੱਕ ਹਸਪਤਾਲ ਦਾ, ਇਹਦੇ 'ਚ ਕੋਈ ਸੱਜਣ ਸੀਗੇ, ਵੈਸੇ ਉਹ ਸਾਬਕਾ ਫੌਜੀ ਵੀ ਹੈ, ਦੱਸਦੇ ਕਿ ਉਹਦੀ ਮਾਂ ਦੇ ਪਿੱਤੇ ਦੇ ਵਿੱਚ, ਜਿਹਨੂੰ ਆਪਾਂ ਪਿੱਤਾ ਕਹਿੰਦੇ ਹਾਂ, ਪਿੱਤੇ ਦੇ ਵਿੱਚ ਪੱਥਰੀ ਸੀਗੀ। ਉਹਦਾ ਆਪਰੇਸ਼ਨ ਕਰਾਉਣਾ ਸੀਗਾ, ਆਪਰੇਸ਼ਨ ਕਰਾ ਲਿਆ। ਉਹ ਮਾਂ ਵੀ ਨਹੀਂ ਬਚੀ। ਔਰ ਜਦੋਂ ਬਿੱਲ ਦੇਣ ਦੀ ਵਾਰੀ ਆਈ ਤੇ ਬਿੱਲ ਜਦੋਂ ਵੇਖਿਆ, ਬਿੱਲ 17 ਲੱਖ ਰੁਪਈਏ ਦਾ ਸੀਗਾ। ਫਿਰ ਉਹ ਜਿਹੜਾ ਸੱਜਣ ਸੀਗਾ, ਕਿਉਂਕਿ ਬਿੱਲ ਤੋਂ ਰੌਲਾ ਤੇ ਪੈਣਾ ਹੀ ਸੀਗਾ, ਉਹ ਥਾਣੇ ਚਲੇ ਗਏ। ਮਾਮਲਾ ਉੱਥੋਂ ਤੱਕ ਨਹੀਂ ਨਿਬੜਿਆ। ਫਿਰ ਹੁਣ ਇੱਕ ਦੂਜੇ ਤੇ ਦੋਸ਼ ਲਾਉਣ ਤੱਕ ਪਹੁੰਚ ਗਿਆ। ਹਸਪਤਾਲ ਪ੍ਰਬੰਧਨ ਕਹਿੰਦਾ ਜੀ ਕਿ ਦੇਖੋ, ਅਸੀਂ ਕੋਈ ਲਾਪਰਵਾਹੀ ਨਹੀਂ ਵਰਤੀ, ਬਿਲਕੁਲ ਇਲਾਜ ਅਸੀਂ ਠੀਕ ਠਾਕ ਕੀਤਾ, ਪਰ ਕੀ ਕਰੀਏ, ਇਸ ਇਲਾਜ ਦੇ ਵਿੱਚ ਕਹਿੰਦੇ ਕਿ ਔਖਿਆਈਆਂ ਬੜੀਆਂ ਸੀਗੀਆਂ। ਇਹਦੇ ਵਿੱਚ ਅਸੀਂ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਭਾਈ ਖਰਚਾ ਬਹੁਤ ਆਊਗਾ। ਤੇ ਕਹਿੰਦੇ ਕਿ ਉਮਰ ਦਰਾਜ਼ ਹੋਣ ਕਰਕੇ ਮਰੀਜ਼ ਥੋੜਾ ਜਿਹਾ ਜ਼ਿਆਦਾ ਢਿੱਲਾ ਸੀਗਾ। ਫਿਰ ਅਸੀਂ ਉਹਨੂੰ ICU 'ਚ ਲੈ ਗਏ, ਪਰ ਮਾੜੀ ਕਿਸਮਤ, ਮੰਦੇ ਭਾਗ ਉਹਦੇ ਬਚ ਨਹੀਂ ਸਕਿਆ। ਪਰ ਜਿਹੜਾ ਸਾਡਾ ਬਿੱਲ ਬਣਦਾ ਉਹਦੇ 'ਚ ਕਹਿੰਦੇ ਕਿ ਬਸ 5 ਲੱਖ ਹੀ ਇਹਨਾਂ ਨੇ ਦੇਣਾ, ਬਾਕੀ ਦਾ ਪੈਸਾ ਜਿਹੜਾ, ਕਿਉਂਕਿ ਸਾਬਕਾ ਫੌਜੀ ਦਾ ਕੇਸ ਹੈ, ਅਸੀਂ ਸਰਕਾਰ ਤੋਂ ਲੈ ਲੈਣਾ, ਮਤਲਬ ਕਿ 5 ਲੱਖ ਦੇ ਦੇਣ, ਬਾਕੀ ਅਸੀਂ ਕਰ ਲਾਂਗੇ ਆਪੇ। ਸੋ ਇਹ ਹਾਲ ਆ। ਦੇਖੋ, ਇੱਕ ਆਪਰੇਸ਼ਨ ਜਿਹੜਾ ਆਮ ਤੌਰ ਤੇ ਅਸੀਂ ਪੰਜਾਬ ਦੇ ਕਿਸੇ ਹਸਪਤਾਲ 'ਚੋਂ ਕਰਾਈਏ ਤੇ 20-25 ਹਜ਼ਾਰ 'ਚ ਹੋ ਜਾਂਦਾ। ਤੇ ਜੇ ਲਾ ਲਓ ਕਿ ਕੋਈ ਉਮਰ ਦਰਾਜ਼ ਆ, ਕੋਈ ਡਾਕਟਰ ਐਕਸਟਰਾ ਅਫੋਰਡ ਕਰਦੇ ਆ, ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਈ ਵਾਰ ਵਿਗੜ ਜਾਂਦੀਆਂ, ਕੋਈ ਹੋਰ ਦਿੱਕਤ ਆ ਜਾਂਦੀ ਆ, ਤਾਂ ਇਹ 17 ਲੱਖ ਰੁਪਈਆ ਬਿੱਲ ਸਮਝ ਤੋਂ ਪਰੇ ਦੀ ਗੱਲ ਆ। ਔਰ ਤੁਹਾਨੂੰ ਯਾਦ ਹੋਣਾ ਕਿ ਥੋੜੇ ਦਿਨ ਪਹਿਲਾਂ, ਥੋੜੇ ਦਿਨ ਤਾਂ ਨਹੀਂ ਕਹਿ ਸਕਦੇ, ਪਰ ਥੋੜੇ ਹਫ਼ਤੇ ਪਹਿਲਾਂ ਵੀ ਇੱਕ ਇਸ ਤਰ੍ਹਾਂ ਦਾ ਕੇਸ ਆ ਗਿਆ ਸੀ ਸਾਹਮਣੇ, ਜਦੋਂ ਗੁੜਗਾਉਂ ਦੇ ਵਿੱਚ ਇੱਕ ਹਸਪਤਾਲ ਦੇ ਅੰਦਰ ਇੱਕ ਬੱਚੀ ਡੇਂਗੂ ਦਾ ਇਲਾਜ ਕਰਵਾਉਣ ਪਹੁੰਚੀ ਸੀ। ਹਾਲਾਂਕਿ ਉਹ ਵੀ ਖਤਮ ਹੋ ਗਈ ਸੀ, ਫੌਤ ਹੋ ਗਈ ਸੀ। ਤਾਂ ਉਹਦਾ ਵੀ ਬਿੱਲ ਜਿਹੜਾ ਉਹ 16 ਲੱਖ ਦਾ ਬਣਿਆ ਸੀਗਾ। ਤੇ ਜਦੋਂ ਕੋਰਟ ਨੇ ਚੈੱਕ ਕੀਤਾ, ਇਨਕੁਆਇਰੀਆਂ ਹੋਈਆਂ, ਤਾਂ ਜਿਹੜਾ 1 ਰੁਪਈਏ ਦਾ ਗਲਵਜ਼ ਆ, ਉਹ ਵੀ ਕਈ ਗੁਣਾ ਵੱਧ ਕੀਮਤ ਦਾ ਪਾਇਆ ਹੋਇਆ ਸੀਗਾ, ਇੱਕ ਗਲਵਜ਼ ਵੀ। ਸੋ ਇਹ ਬਹੁਤ ਅਜੀਬੋ-ਗਰੀਬ ਦੀ ਹਾਲਤ ਬਣੀ ਪਈ ਆ। ਕੱਲ ਵੀ ਇੱਕ ਸਟੱਡੀ ਆਈ ਹੈ ਜਿਹਦੇ 'ਚ, ਹਾਲਾਂਕਿ ਹਸਪਤਾਲਾਂ ਦੇ ਨਾਂ ਤੇ ਨਹੀਂ ਦੱਸੇ ਗਏ, ਪਰ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਕੁਛ ਏਦਾਂ ਦੇ ਹਸਪਤਾਲ ਆ ਜਿਹੜੇ ਕਈ ਗੁਣਾ ਜ਼ਿਆਦਾ ਇੱਥੇ ਰੇਟ ਵਸੂਲ ਕਰਦੇ ਪਏ, ਹਰੇਕ ਚੀਜ਼ ਦਾ, ਦਵਾਈ ਤੋਂ ਲੈ ਕੇ ਬੈੱਡ ਤੱਕ ਦਾ। ਸੋ ਲੁੱਟ ਦੇ ਵਿੱਚ
ਸਭ ਤੋਂ ਜ਼ਿਆਦਾ ਬੰਦਾ ਉਹ ਮਾਰਿਆ ਜਾਂਦਾ ਜਿਹੜਾ ਹਮਾਤੜ ਹੁੰਦਾ, ਉਤੋਂ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ, ਕਿਉਂਕਿ ਆਪਣੇ ਪਿਆਰੇ ਨੂੰ ਜਾਂ ਆਪਣੇ ਆਪ ਨੂੰ ਉਹ ਮੌਤ ਦੇ ਹਵਾਲੇ ਨਹੀਂ ਕਰ ਸਕਦਾ। ਉਹ ਜਿੰਨਾ ਕੁ ਉਹਦਾ ਬਣਦਾ ਸਕਦਾ ਉਹ ਜ਼ੋਰ ਲਾਉਂਦਾ ਕਿ ਜਾਨ ਬਚੀ ਜਾਵੇ ਜਾਂ ਜਾਨ ਬਚਾਈ ਜਾਵੇ। ਪਰ ਇਹ ਲੋਕ ਜਿਹੜੇ ਹਸਪਤਾਲ ਚਲਾਉਂਦੇ ਆ, ਜਿਨ੍ਹਾਂ ਨੂੰ ਕਦੇ ਕਦੇ ਲੋਕ ਰੱਬ ਵੀ ਕਹਿ ਦਿੰਦੇ ਕਿ ਡਾਕਟਰ ਰੱਬ ਹੁੰਦੇ ਆ, ਪਰ ਇਹ ਇਹਨਾਂ ਚੀਜ਼ਾਂ ਤੋਂ ਸ਼ਾਇਦ ਹੁਣ ਪਾਸੇ ਹੋ ਚੁੱਕਿਆ। ਕਮਾਈ ਖੋਰਾ ਧੰਦਾ ਬਣ ਗਿਆ। ਬਹੁਤ ਵੱਡੀ ਇਹ ਰਕਮ ਹੈ ਜਿਹੜੀ 17 ਲੱਖ ਰੁਪਏ ਦੀ ਬਣਾਈ ਗਈ ਆ। ਹੁਣ ਦੇਖਦੇ ਅੱਗੇ ਕੀ ਬਣਦਾ, ਪਰ ਇਹ ਆਮ ਹੀ ਹੋ ਗਿਆ। ਅੱਗੇ ਤੇ ਇੱਕਾ ਦੁੱਕਾ ਕੇਸ ਸੀਗੇ, ਪਰ ਹੁਣ ਆਮ ਹੀ ਇਹਨਾਂ ਹਸਪਤਾਲਾਂ ਦੇ ਵਿੱਚ, ਕਿਉਂਕਿ ਰੌਲਾ ਇਹ ਕੋਈ ਰੈਗੂਲੇਟਰੀ ਨਹੀਂ, ਕੋਈ ਇਹਨਾਂ ਦੀ ਪੁੱਛ ਨਹੀਂ, ਕੋਈ ਗਿੱਛ ਨਹੀਂ। ਵੱਡੇ ਘਰਾਂ ਦੇ ਹਸਪਤਾਲ ਆ, ਜਦੋਂ ਰੌਲਾ ਪੈਂਦਾ ਮਾੜਾ ਮੋਟਾ, ਜੇ ਇੱਕ ਪਾਸੇ ਕਾਰਵਾਈ ਹੁੰਦੀ ਹੈ ਤੇ ਦੂਜੇ ਪਾਸੇ ਹੱਥ ਨਾਲ ਦੱਬ ਦਿੰਦੇ ਆ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਦਿੱਲੀ ਦੇ ਕਹਿੰਦੇ ਪ੍ਰਾਇਮਰੀ ਸਕੂਲਾਂ ਤੱਕ ਪਹੁੰਚਿਆ ਆ ਨਸ਼ੇ ਦਾ ਦੈਂਤ, ਇੱਕ ਰਿਪੋਰਟ ਦਾ ਦਾਅਵਾ ਹੈ। ਦੇਖੋ, ਇਹ ਜਿਹੜੀ ਰਿਪੋਰਟ ਆਈ ਆ, ਇਸ ਰਿਪੋਰਟ ਨੇ ਮੇਰੇ ਖਿਆਲ ਦੇ ਨਾਲ ਦਿੱਲੀ ਸਰਕਾਰ ਨੂੰ ਵੀ ਇੱਕ ਵਾਰੀ ਤਰੇਲੀਆਂ ਜ਼ਰੂਰ ਲਿਆਂਦੀਆਂ ਹੋਣੀਆਂ। ਦਾ ਟਾਈਮਸ ਆਫ ਇੰਡੀਆ 'ਚ ਰਿਪੋਰਟ ਛਪੀ ਆ, ਔਰ ਇਹ ਜਿਹੜੀ ਸਟੱਡੀ ਕੀਤੀ ਗਈ ਹੈ ਜੁਵੇਨਾਈਲ ਜਸਟਿਸ ਕਮੇਟੀ ਵੱਲੋਂ ਕੀਤੀ ਗਈ ਆ, ਜੁਡੀਸ਼ੀਅਲ ਕਮੇਟੀ ਵੱਲੋਂ ਕੀਤੀ ਗਈ ਆ, ਔਰ ਇਹਦੀ ਨਿਗਰਾਨੀ 'ਚ ਹੀ ਸਾਰਾ ਕੁਛ ਹੋਇਆ, ਸਰਵੇ ਵਗੈਰਾ ਜੋ ਵੀ ਹੋਇਆ। ਤਾਂ ਇਹਦੇ 'ਚ ਦੱਸਦੇ ਆ ਕਿ 18,000 ਬੱਚੇ ਆ ਜਿਹੜੇ ਉਹ ਇਸ ਸਰਵੇ ਦੇ ਵਿੱਚ ਲਿਆਂਦੇ ਗਏ, ਜਿਨ੍ਹਾਂ ਦੇ ਅੰਦਰ 1820 ਬੱਚੇ ਜਿਹੜੇ ਉਹ ਏਦਾਂ ਦੇ ਪਾਏ ਗਏ ਆ ਜਿਹੜੇ ਜਾਂ ਤਾਂ ਇਨਹੈਲਰਸ ਦਾ ਨਸ਼ਾ ਕਰਦੇ ਸੀ, ਜਾਂ ਕਫ ਸਿਰਪ ਦਾ, ਜਾਂ ਸਪਿਰਟ ਦਾ, ਜਾਂ ਤੰਬਾਕੂ ਜਾਂ ਗੁਟਕਾ ਚੈਨੀ ਵਗੈਰਾ, ਯਾਨੀ ਕੋਈ ਨਾ ਕੋਈ ਨਸ਼ਾ ਲੈਂਦੇ ਸਨ। ਔਰ ਕਿੰਨੀ ਉਮਰ ਦੇ ਹੋਣਗੇ, ਲਾ ਲਓ ਕਿ ਜਿਹੜੇ ਪ੍ਰਾਇਮਰੀ ਸਕੂਲ ਦੇ ਕੋਈ 5 ਸਾਲਾਂ ਦਾ, ਕੋਈ 7 ਸਾਲਾਂ ਦਾ, ਕੋਈ ਹੋ ਸਕਦਾ 8 ਸਾਲਾਂ ਦਾ ਹੋਵੇ, ਕੋਈ 9 ਸਾਲਾਂ ਦਾ। ਤਾਂ ਦੇਖੋ ਨਸ਼ਾ ਕਿਹੜਾ ਲੈ ਰਹੇ, ਸਪਿਰਟ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ। ਸਪਿਰਟ ਜਿਹਨੂੰ ਆਪਾਂ ਆਮ ਤੌਰ ਤੇ ਇੱਥੇ ਕਈ ਥਾਵਾਂ ਤੇ ਪਾਉਣੇ ਇਸਤੇਮਾਲ ਵੀ ਕੀਤਾ ਜਾਂਦਾ ਸਪਿਰਟ ਦਾ। ਤਾਂ ਉਹ ਸਪਿਰਟ ਦਾ ਨਸ਼ਾ ਜਿਹੜਾ ਉਹ ਉੱਥੇ ਬੱਚਿਆਂ ਵੱਲੋਂ ਕੀਤਾ ਜਾ ਰਿਹਾ। ਫਿਰ ਇਨਹੈਲਰਸ ਜ਼ੁਕਾਮ ਜ਼ੁਕੂਮ ਤੋਂ ਯੂਜ਼ ਕਰਦੇ ਆ ਜਿਹੜੇ, ਉਹ ਸਨਫੀਆ ਕਰਦੇ ਆ। ਸੋ ਉਹ ਸਾਰੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ। ਕਫ ਸਿਰਪ ਜਿਹੜਾ ਕਿ ਬਹੁਤ ਘਾਤਕ ਨਸ਼ਾ ਹੈ। ਇਹ ਤੇ ਕਹਿੰਦੇ ਆ ਕਿ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ, ਸਿਹਤ ਦੇ ਖੇਤਰ ਵਿੱਚ ਬਹੁਤ ਸੁਧਾਰ ਕੀਤਾ, ਪਰ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਰਿਪੋਰਟ ਆ ਉਹ ਤੇ ਸਾਰੇ ਫਿਰ ਪਾਜ ਹੀ ਉਧੇੜਦੀ ਪਈ ਆ ਕਿ ਬਹੁਤ ਕੁਛ ਕਰਨ ਵਾਲਾ ਬਾਕੀ ਆ। ਜੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਇੰਨੀ ਵੱਡੀ ਤਾਦਾਦ ਦੇ ਵਿੱਚ ਇਹੋ ਜਿਹੇ ਵੱਡੇ ਨਸ਼ੇ, ਮਾਰੂ ਨਸ਼ੇ ਲਈ ਜਾਂਦੇ ਆ, ਤੇ ਜਿਹੜੇ ਇਹਨਾਂ ਤੋਂ ਉਤਲੀਆਂ ਕਲਾਸਾਂ ਵਾਲੇ ਹੋਣੇ ਆ ਉਹਨਾਂ ਦਾ ਕੀ ਹਾਲ ਹੋਊਗਾ? ਇਹਦਾ ਮਤਲਬ ਕਿ ਉਹਨਾਂ ਦੀ ਵੀ ਤਾਦਾਦ ਜਿਹੜੀ ਅੱਛੀ ਖਾਸੀ ਹੋਊਗੀ। ਤਾਂ ਇੱਕ ਚੀਜ਼ ਸਾਫ਼ ਆ ਕਿ ਨਸ਼ਾ ਇਕੱਲਾ ਪੰਜਾਬ ਤੱਕ ਮਹਿਦੂਦ ਨਹੀਂ, ਪੰਜਾਬ ਤੋਂ ਬਾਹਰ ਵੀ ਇਹਦੀ ਮਾਰ ਹੈਗੀ ਆ। ਪਰ ਦਿੱਲੀ ਦੇ ਪ੍ਰਾਇਮਰੀ ਸਕੂਲਾਂ 'ਚ ਨਸ਼ੇ ਦਾ ਪਹੁੰਚ ਜਾਣਾ ਇਹ ਬਹੁਤ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਹਾਲੇ ਅਸੀਂ ਕਹਿੰਦੇ ਆ ਕਿ ਉੱਥੋਂ ਦੀ ਸਰਕਾਰ ਦਾ ਪ੍ਰਬੰਧ ਠੀਕ ਆ, ਪਰ ਇਹ ਖਾਕ ਪ੍ਰਬੰਧ ਠੀਕ ਹੈ। ਜੇ ਪ੍ਰਾਇਮਰੀ ਸਕੂਲਾਂ 'ਚ ਇਹ ਸਭ ਕੁਛ ਚੱਲਦਾ ਪਿਆ ਤਾਂ ਰੋਕਣ ਦੀ ਜ਼ਰੂਰਤ ਆ। ਇਹ ਬਿਮਾਰੀ ਅੱਗੇ ਨਾ ਵਧੇ, ਇਹ ਇੱਥੇ ਹੀ ਜੜ ਪੱਟ ਦੇਣ ਤੇ ਚੰਗਾ ਰਹਿਣਗੇ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਕਿਵੇਂ ਫੈਲੀਆਂ ਤੇ ਫਿਰ ਮੁੜ ਕੇ ਲਾ ਇਲਾਜ ਬਣ ਗਈਆਂ। ਸੋ ਬਿਮਾਰੀ ਲਾ ਇਲਾਜ ਬਣ ਜਾਵੇ, ਇਹਨੂੰ ਸ਼ੁਰੂ ਦੇ ਵਿੱਚ ਹੀ ਰੋਕ ਲੈਣਾ ਚਾਹੀਦਾ। ਬਹੁਤ ਵੱਡੀ ਰਿਪੋਰਟ ਆ। ਤਾਂ ਮੇਰੇ ਖਿਆਲ ਦੇ ਨਾਲ ਇਸ ਸਟੱਡੀ ਨੂੰ ਜਿਹੜੀ ਦਿੱਲੀ ਦੇ ਵਿੱਚ ਹੋਈ ਆ, ਇਹਨੂੰ ਇੱਥੋਂ ਤੱਕ ਹੀ ਨਹੀਂ ਰੱਖਿਆ ਜਾਣਾ ਚਾਹੀਦਾ, ਦਿੱਲੀ ਦੀਆਂ ਸੀਮਾਵਾਂ ਤੱਕ। ਇਹੋ ਜਿਹੀਆਂ ਸਟੱਡੀਆਂ ਜਿਹੜੀਆਂ ਉਹ ਦੂਸਰੇ ਜਿੱਦਾਂ ਛੋਟੇ ਛੋਟੇ ਸ਼ਹਿਰ ਹੈ ਜਾਂ ਦਰਮਿਆਨੇ ਸ਼ਹਿਰ ਹੈ, ਉਹਨਾਂ ਦੇ ਵਿੱਚ ਵੀ ਲਿਜਾਣਾ ਚਾਹੀਦਾ ਕਿ ਅੱਜ ਕੱਲ੍ਹ ਹੋ ਕੀ ਰਿਹਾ ਸਕੂਲਾਂ 'ਚ। ਸਾਡੇ ਦੇਖੋ ਨਾ ਪੰਜਾਬ ਦੇ ਵਿੱਚੋਂ ਅੱਜ ਕਿੱਦਾਂ ਦੀ ਖਬਰ ਆਈ, ਇੱਕ ਮੁੰਡੇ ਨੇ ਆਪਣੇ ਮਾਸਟਰ ਦੇ ਇੱਟ ਮਾਰ ਕੇ ਸਿਰ ਪਾੜ ਦਿੱਤਾ। ਫਿਰ ਹਰਿਆਣੇ ਦੇ ਵਿੱਚੋਂ ਕੱਲ ਖਬਰ ਆਈ, ਇੱਕ ਬੱਚੇ ਨੇ ਈਮੇਲ ਕਰ ਦਿੱਤਾ ਆਪਣੀ ਟੀਚਰ ਨੂੰ, ਇੱਥੋਂ ਤੱਕ ਕਿ ਉਹਦੀ ਕੁੜੀ ਨੂੰ ਰੇਪ ਕਰਨ ਦੀ ਧਮਕੀ ਦੇ ਦਿੱਤੀ। ਇੱਕ ਬੱਚੇ ਨੇ ਆਪਣੀ ਟੀਚਰ ਨੂੰ ਡੇਟ ਤੇ ਜਾਣ ਦਾ ਪ੍ਰਪੋਜ਼ ਕਰ ਦਿੱਤਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ, ਇਹ ਇੱਕ ਪਾਸੇ ਆਹ ਸਭ ਕੁਛ ਹੋ ਰਿਹਾ, ਔਰ ਦੂਸਰੇ ਪਾਸੇ ਛੋਟੇ ਛੋਟੇ ਬੱਚੇ ਨਸ਼ੇ 'ਚ ਪੈ ਰਹੇ ਆ, ਹਿੰਸਾ ਕਰਦੇ ਪਏ ਆ, ਨਸ਼ਾ ਹੈ। ਫਿਰ ਇਸ ਤਰ੍ਹਾਂ ਜਿਹੜਾ ਇੱਕ ਨਿਰੋਆ ਕਿਰਦਾਰ ਆ ਉਹ ਤੋਂ ਡਿੱਗਦੇ ਪਏ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਪਈਆਂ, ਇਹਨੂੰ ਲਾਰਜ ਸਕੇਲ ਤੇ ਸਟੱਡੀ ਕਰਨ ਦੀ ਜ਼ਰੂਰਤ ਹੈ, ਔਰ ਫਿਰ ਇਹਨਾਂ ਦਾ ਕੋਈ ਰੋਕਥਾਮ ਵਾਸਤੇ ਕੋਈ ਵਧੀਆ ਇਨਫਰਾਸਟਰਕਚਰ ਵੀ ਬਣਾਉਣਾ ਚਾਹੀਦਾ। ਇਹ ਨਹੀਂ ਹੈ ਕਿ ਰਿਪੋਰਟ ਆਈ, ਅਖਬਾਰ 'ਚ ਪੜ੍ਹ ਲਈ, ਚਿੰਤਾ ਕਰ ਲਈ, ਫਿਰ ਚਾਹ ਦੀ ਕੱਪੀ ਪੀ ਲਈ ਤੇ ਚੁੱਪ ਕਰਕੇ ਆਪਣੇ ਕੰਮ 'ਚ ਮਸਰੂਫ ਹੋ ਗਏ। ਇਹ ਸਿਆਸਤਦਾਨਾਂ ਨੂੰ ਆਦਤ ਛੱਡਣੀ ਚਾਹੀਦੀ ਹੈ। ਜੀ
ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, CBI ਨੇ ਦਾਅਵਾ ਕੀਤਾ ਹੈ, ਵੱਡਾ ਦਾਅਵਾ ਹੈ ਵੀ ਅੰਬਾਨੀ ਨੂੰ ਸੀ ਫਰਜ਼ੀ ਜਿਹੜੇ LOU ਧੋਖਾਧੜੀ ਦੀ ਜਾਣਕਾਰੀ। ਦੇਖੋ ਇਹ ਅੰਬਾਨੀ ਉਹ ਅੰਬਾਨੀ ਤੇ ਨਹੀਂ ਹੈ, ਜਿਹੜਾ ਮੁਕੇਸ਼ ਅੰਬਾਨੀ ਜਾਂ ਅਨਿਲ ਅੰਬਾਨੀ ਆ ਵੈਸੇ ਹੈ ਉਹਨਾਂ ਦੇ ਵਿੱਚੋਂ ਹੀ ਆ ਵਿਪੁਲ ਅੰਬਾਨੀ। ਇਹਦੇ ਬਾਰੇ ਹੁਣ ਅੱਜ ANI ਨੇ ਖਬਰ ਦਿੱਤੀ ਹੈ, ਬਹੁਤ ਭਰੋਸੇਯੋਗ ਨਿਊਜ਼ ਏਜੰਸੀ ਆ। ਉਹ ਕਹਿੰਦੇ ਆ ਕਿ CBI ਦੇ ਸੂਤਰ ਇਸ ਗੱਲ ਦੀ ਪੁਸ਼ਟੀ ਕਰਦੇ ਪਏ ਆ ਕਿ ਜਿੰਨੀ ਵੀ ਜਾਂਚ ਪੜਤਾਲ ਹੁਣ ਤੱਕ ਡਿਪਟੀ ਮੈਨੇਜਰ ਗੋਕੁਲਨਾਥ ਸ਼ੈਟੀ ਤੋਂ ਹੋਈ ਆ ਜਾਂ ਫਿਰ ਇਹ ਵਿਪੁਲ ਅੰਬਾਨੀ ਤੋਂ ਹੋਈ ਆ, ਉਹਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਸਾਰਾ ਗੋਰਖ ਧੰਦਾ ਚੱਲਦਾ ਪਿਆ ਸੀਗਾ, ਇਹਦੇ ਵਿੱਚ ਵਿਪੁਲ ਅੰਬਾਨੀ ਵੀ ਬਰੋਬਰ ਦਾ ਸਾਜ਼ਿਸ਼ ਕਰਤਾ ਹੀ ਸੀਗਾ। ਯਾਨੀ ਇਹਨੂੰ ਸਾਰੀ ਇਸ ਧੋਖਾਧੜੀ ਦਾ ਪਤਾ ਸੀਗਾ ਔਰ ਇਹਦੀ ਨਿਗਰਾਨੀ ਹੇਠ ਹੀ ਸਭ ਕੁਝ ਚੱਲਦਾ ਪਿਆ ਸੀਗਾ। ਹੁਣ ਇਹਦਾ ਮਤਲਬ ਹੈ ਕਿ CBI ਨੇ ਕੁਛ ਤੇ ਕੱਤਿਆ, ਵੈਸੇ ਭਾਵੇਂ ਬਰੀਕ ਤੇ ਨਹੀਂ ਕੱਤਿਆ ਪਰ ਮਾੜਾ ਮੋਟਾ ਤੇ ਉਹਨੇ ਕੁਛ ਨਾ ਕੁਛ ਤੰਗ ਤੇ ਜ਼ਰੂਰ ਕੱਤਿਆ ਨਾ, ਜਿਹੜਾ ਉਹ ਇੰਨਾ ਕੁਝ ਆ ਕੇ ਅੱਗੇ ਕਹਿੰਦੇ ਆ ਕਿ ਠੀਕ ਹੈ ਜੀ ਵਿਪੁਲ ਅੰਬਾਨੀ ਹੈ ਜਿਹੜਾ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹਿੱਸੇਦਾਰ ਸੀਗਾ, ਕਿਉਂਕਿ ਇਹਦੀ ਅੰਗ ਜਿਹੜੀ ਹੈ ਉਹ ਵਿਪੁਲ ਅੰਬਾਨੀ ਦੀ ਅੰਬਾਨੀ ਖਾਨਦਾਨ ਨਾਲ ਜੁੜਦੀ ਹੈ। ਇਸ ਕਰਕੇ ਸ਼ੰਕਾ ਇਹ ਸੀਗਾ ਕਿ ਕਿਤੇ ਖਾਨਾ ਪੂਰਤੀ ਨਾ ਹੋਵੇ। ਪਰ ਜਿਹੜਾ ਇਹ ਬਿਆਨ ਆ ਰਿਹਾ CBI ਨੂੰ, ਹਾਲਾਂਕਿ ਅਧਿਕਾਰਤ ਬਿਆਨ ਨਹੀਂ ਹੈ, ਇੱਕ ਪੁਸ਼ਟੀ ਕਰਨ ਵਾਲਾ ਬਿਆਨ ਆ ਕਿ ਇਹ ਜਿਹੜੇ LOU ਜਾਰੀ ਕੀਤੇ ਜਾ ਰਹੇ ਸੀਗੇ ਉਹਨਾਂ ਦਾ ਇਹਨਾਂ ਨੂੰ ਨਾ ਸਿਰਫ ਅੰਬਾਨੀ ਹੋਰਾਂ ਨੂੰ ਪਤਾ ਸੀਗਾ ਬਲਕਿ ਇਹਨਾਂ ਦੀ ਨਿਗਰਾਨੀ ਹੇਠ ਹੀ ਸਾਰੀ ਖੇਡ ਖੇਡੀ ਜਾ ਰਹੀ ਸੀਗੀ। ਪਰ ਗੌਰ ਕਰਨ ਵਾਲੀ ਚੀਜ਼ ਇਹ ਆ ਕਿ ਇਹ ਸਾਰੇ ਜਿਹੜੇ ਦੱਸਦੇ ਆ ਕਿ 143 ਦੇ ਕਰੀਬ ਫਰਜ਼ੀ LOU ਜਾਰੀ ਹੋਇਆ, ਇਹ 11 ਤੋਂ 17 ਦੇ ਦਰਮਿਆਨ ਹੋਇਆ, ਮਤਲਬ ਕਿ 6 ਸਾਲ ਸਮਾਂ ਇਹ ਸਾਰਾ ਕੁਝ ਚੱਲਦਾ ਰਿਹਾ। ਹੁਣ ਇਹਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਆ ਕਿ ਜਿਹੜੀ ਕੇਂਦਰ ਸਰਕਾਰ ਆ ਉਹ ਤੇ ਜਾਂਚ ਪੜਤਾਲ ਤੋਂ ਭੱਜਦੀ ਪਈ ਆ, ਸ਼ਾਇਦ ਇਸੇ ਕਰਕੇ ਭੱਜਦੀ ਪਈ ਆ ਕਿ ਇਹ ਸਾਰਾ ਕੱਚਾ ਚਿੱਠਾ ਖੁੱਲ ਨਾ ਜਾਵੇ, ਕਿਉਂਕਿ ਇੱਕ ਤੇ 6 ਸਾਲ ਦਾ ਟਾਈਮ ਆ। ਸਿੱਧੇ ਤੌਰ ਤੇ ਸਭ ਤੋਂ ਪਹਿਲਾ ਸਵਾਲ, ਸਭ ਤੋਂ ਪਹਿਲਾ ਪ੍ਰਸ਼ਨ ਤੇ ਸਰਕਾਰ ਦਾ ਹੀ ਬਣੂਗਾ ਨਾ ਕਿ 6 ਸਾਲ ਤੁਸੀਂ ਜਿਹੜਾ ਆ ਸਮਾਂ ਕੱਢ ਲਿਆ ਤਾਂ 2 ਸਾਲ ਇਹਦੇ ਵਿੱਚੋਂ UPA ਸਰਕਾਰ ਦਾ ਛੱਡ ਦਿਓ, 4 ਸਾਲ ਤੁਸੀਂ ਕੀ ਕਰਦੇ ਰਹੇ। ਸਭ ਤੋਂ ਵੱਡਾ ਸਵਾਲ ਇਹਨਾਂ ਤੇ ਹੋਏਗਾ। ਦੂਸਰਾ ਇਹ ਦੱਸਣਾ ਪਊਗਾ ਕਿ ਕਿਹੜੇ ਸਾਲ 'ਚ ਕਿੰਨੇ LOU ਜਾਰੀ ਕੀਤੇ ਗਏ, ਕਿੰਨੀ ਰਕਮ। ਫਿਰ ਤੀਸਰਾ RBI ਵੀ ਕਰੂਗਾ, ਪੰਜਾਬ ਨੈਸ਼ਨਲ ਬੈਂਕ ਤੇ ਉਦਾਂ ਹੀ ਕਰਿਆ ਪਿਆ। ਉਹ ਆਪਣਾ ਜਿਹੜਾ ਉਹ ਭਰੋਸਾ ਜ਼ਿੰਦਗੀ ਦਾ ਉਹਨਾਂ ਦਾ ਸ਼ਾਇਦ ਇਸ ਤਰ੍ਹਾਂ ਦਾ ਸਲੋਗਨ ਹੈ, ਟੈਗਲਾਈਨ ਆ, ਭਰੋਸਾ ਜ਼ਿੰਦਗੀ ਦਾ ਭਰੋਸਾ ਸਭ ਕਾ, ਉਹ ਤਾਂ ਭਰੋਸਾ ਉਹਨਾਂ ਦਾ ਟੁੱਟ ਚੁੱਕਾ। ਖੈਰ ਇਹ ਇਸੇ ਕਰਕੇ ਹੀ ਖੁੱਲੀ ਜਾਂਚ ਪੜਤਾਲ ਤੋਂ ਨਾ ਤਾਲਾ ਵੱਟਦੇ ਪਏ, ਕਿਉਂਕਿ ਇਹਨਾਂ ਨੇ ਜਾ ਕੇ ਸੁਪਰੀਮ ਕੋਰਟ 'ਚ ਵੀ ਕਹਿਤਾ ਕਿ SIT ਦੀ ਜਾਂਚ ਪੜਤਾਲ ਦੀ ਜ਼ਰੂਰਤ ਨਹੀਂ, ਅਸੀਂ ਜਾਂਚ ਪੜਤਾਲ ਕਰੀ ਜਾਂਦੇ ਹਾਂ। ਤਾਂ ਦੂਜੇ ਪਾਸੇ ਜਿਹੜੀ ਇਹਨਾਂ ਨੇ JPC ਬਣਾਉਣ ਦਾ ਐਲਾਨ ਕੀਤਾ, ਜੁਆਇੰਟ ਪਾਰਲੀਮੈਂਟਰੀ ਕਮੇਟੀ, ਉਹਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ। ਤ੍ਰਿਣਮੂਲ ਨੇ ਕਹਿਤਾ ਕਿ ਇਹ ਠੀਕ ਨਹੀਂ ਹੈ ਸਾਰਾ ਕੁਛ। ਮਤਲਬ ਕਿ ਇਸ ਜਾਂਚ ਪੜਤਾਲ ਨੂੰ ਨਾ ਕਿਤੇ ਸਰਕਾਰ ਵਾਲੇ ਪਾਸੇ ਨਹੀਂ ਆਉਣ ਦਿੱਤਾ ਜਾ ਰਿਹਾ ਜਾਂ ਬੈਂਕਾਂ ਵਾਲੇ ਪਾਸੇ ਨਹੀਂ ਆਉਣ ਦਿੱਤਾ ਜਾ ਰਿਹਾ। ਇਸ ਜਾਂਚ ਪੜਤਾਲ ਨੂੰ ਸਿਰਫ ਤੇ ਸਿਰਫ ਨੀਰਵ ਮੋਦੀ ਵਾਲੇ ਪਾਸੇ ਰੱਖਿਆ ਜਾ ਰਿਹਾ। ਤਾਂ ਉਸ ਘੇਰੇ ਹੀ ਇਹ ਘੁੰਮੀ ਆਉਂਦੇ ਆ, ਜਦਕਿ ਜ਼ਰੂਰਤ ਹੈ ਕਿ ਇਸ ਘੇਰੇ ਚੋਂ ਬਾਹਰ ਆ ਕੇ ਬਹੁਤ ਦੂਰ ਤੱਕ ਨਿਗਾਹ ਮਾਰ ਕੇ ਵੇਖਿਆ ਜਾਵੇ ਕਿ ਇਹ ਖੇਡ ਹੋਰ ਤਾਂ ਨਹੀਂ ਸੀ ਕਿਤੇ ਚੱਲਦੀ ਜਾਂ ਇਸ ਖੇਡ ਦੇ ਵਿੱਚ ਹੋਰ ਖਿਡਾਰੀ ਤਾਂ ਨਹੀਂ ਸਨ ਸ਼ਾਮਲ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਸ਼ਾਇਦ ਇਸ ਕਰਕੇ ਸਾਫ਼ ਨਹੀਂ ਹੋ ਪਾਉਣਾ, ਕਿਉਂਕਿ ਇਹਨਾਂ ਦੀ ਅੰਗੜੀ ਸੰਗੜੀ ਸਾਰਿਆਂ ਦੀ ਅੱਗੇ ਜਾ ਕੇ ਰਲਦੀ ਆ। ਉਹ ਅੰਗੜੀ ਸੰਗੜੀ ਕੀ ਆ ਤੁਹਾਨੂੰ ਮੈਂ ਸੰਖੇਪ ਦੇ ਵਿੱਚ ਦੱਸ ਦਿੰਦਾ, ਤੁਸੀਂ ਸਾਰੀ ਅੰਗੜੀ ਸੰਗੜੀ ਸਮਝ ਜਾਓਗੇ। ਕਿ ਦੇਖੋ ਜਿਹੜਾ ਮੇਹੁਲ ਚੌਕਸੀ ਹੈ, ਜਿਹੜਾ ਇਸ ਗੇਮ ਦਾ ਸਭ ਤੋਂ ਵੱਡਾ ਖਿਡਾਰੀ ਆ, ਉਹਦਾ ਭਾਣਜਾ ਵਾ ਨੀਰਵ ਮੋਦੀ, ਇਹ ਸਾਰਿਆਂ ਨੂੰ ਪਤਾ। ਨੀਰਵ ਮੋਦੀ ਦਾ ਜਿਹੜਾ ਭਰਾ ਨਿਸ਼ਲ ਮੋਦੀ ਆ ਉਹ ਖੁਦ ਇਸ FIR ਦਾ ਹਿੱਸਾ, ਔਰ ਨਿਸ਼ਲ ਮੋਦੀ ਹੈ ਜਿਹੜਾ ਉਹ ਅੰਬਾਨੀਆਂ ਦਾ ਜਵਾਈ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਅੰਬਾਨੀਆਂ ਦਾ ਜਿਹੜਾ ਭਤੀਜਾ ਉਹ ਇਸੇ ਹੀ ਕੰਪਨੀ ਦੇ ਵਿੱਚ ਆ, ਜਿਹੜਾ ਵਿਪੁਲ ਅੰਬਾਨੀ ਹੈ, ਫਾਈਨੈਂਸ਼ੀਅਲ ਅਫਸਰ ਸੀਗਾ ਬਹੁਤ ਚੋਟੀ ਦਾ। ਹੁਣ ਦੂਜੇ ਪਾਸੇ ਜੇ ਅਸੀਂ ਲਾਈਏ ਆ ਜਿਹੜਾ ਰੋਟੋਮੈਕ ਵਾਲਾ, ਤਾਂ ਉਹਦੇ ਵਿੱਚ ਵੀ ਇਹੋ ਹੀ ਹਾਲ ਆ। ਵਿਕਰਮ ਕੋਠਾਰੀ ਆ, ਉਹਦੀ ਕੁੜੀ ਆ ਜਿਹੜੀ ਨਮਰਤਾ ਅਡਾਨੀ, ਉਹ ਪ੍ਰਣਵ ਅਡਾਨੀ ਦੇ ਨਾਲ ਵਿਆਹੀ ਆ। ਪ੍ਰਣਵ ਅਡਾਨੀ ਕੌਣ ਆ? ਗੌਤਮ ਅਡਾਨੀ ਦਾ ਭਤੀਜਾ। ਸੋ ਸਾਰੀਆਂ ਅੰਗੜੀਆਂ ਸੰਗੜੀਆਂ ਜਾ ਕੇ ਰਲਦੀਆਂ। ਇਸੇ ਕਰਕੇ ਜਾਂਚ ਪੜਤਾਲ ਜਿਹੜੀ ਆ ਉਹ ਬਸ ਇੱਕ
ਘੇਰੇ ਤੋਂ ਬਾਹਰ ਨਹੀਂ ਕੱਢੀ ਜਾ ਰਹੀ, ਇੱਕ ਘੇਰੇ ਤੱਕ ਹੀ ਆ। ਹੁਣ ਦੇਖੋ ਕੀ ਬਣਦਾ ਅੱਗੇ। ਬਹਰਹਾਲ ਜਿਹੜੀ ਇੱਕ ਇਸ ਵੇਲੇ ਦੀ ਵੱਡੀ ਖਬਰ ਆ ਉਹ ਇਹੋ ਹੀ ਆ ਕਿ ਜਿਹੜਾ ਨੀਰਵ ਮੋਦੀ ਆ ਉਹਨੇ ਆਪਣੇ ਕਰਮਚਾਰੀਆਂ ਨੂੰ ਈਮੇਲ ਭੇਜ ਦਿੱਤਾ ਕਿ ਭਾਈ ਤੁਸੀਂ ਆਪਣਾ ਟਿਕਾਣਾ ਲੱਭ ਲਓ, ਹੁਣ ਇਹ ਜਿਹੜੀ ਨੌਕਰੀ ਹੈ ਤੁਹਾਡੀ ਅੱਗੇ ਨਹੀਂ ਤੁਰੇਗੀ, ਔਰ ਮਾਫ ਕਰਨਾ ਕਹਿੰਦਾ ਕਿ ਮੈਂ ਤੁਹਾਨੂੰ ਸੈਲਰੀ ਵੀ ਨਹੀਂ ਦੇ ਪਾਊਂਗਾ। ਤਾਂ ਇਹਦਾ ਮਤਲਬ ਆ ਕਿ ਉਹਦੀ ਫੁੱਲ ਤਿਆਰੀ ਆ ਕਿ ਉਹ ਇੰਡੀਆ ਨਹੀਂ ਪਰਤੇਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀ, ਕਹਿੰਦੇ ਮੌੜ ਬੰਬ ਧਮਾਕੇ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਖੁਲਾਸਾ। ਦੇਖੋ ਮੌੜ ਬੰਬ ਧਮਾਕੇ ਵਾਲਾ ਜਿਹੜਾ ਇਹ ਕੰਮ ਹੈ ਸਿਰਫ ਖੁਲਾਸਿਆਂ ਤੱਕ ਹੀ ਸੀਮਿਤ ਆ। ਖੁਲਾਸੇ ਹੋਈ ਜਾਂਦੇ ਆ, ਪਰ ਜਿਹੜੇ ਭੇਤ ਆ ਉਹ ਖੁੱਲ ਕੇ ਇੱਕ ਪਾਸੇ ਨਹੀਂ ਹੁੰਦੇ ਪਏ। ਅੱਜ ਇਹਨਾਂ ਜਗਬਾਣੀ ਵਾਲਿਆਂ ਨੇ ਇੱਕ ਜਿਹੜੀ ਰਿਪੋਰਟ ਪੇਸ਼ ਕੀਤੀ ਆ, ਵੈਸੇ ਉਹ ਕਾਫੀ ਵੱਖਰੀ ਕਿਸਮ ਦੀ ਰਿਪੋਰਟ ਹੈ। ਵੱਖਰੀ ਕਿਸਮ ਦੀ ਇਸ ਕਰਕੇ ਕਿ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਗਿਆ ਹੁਣ ਤੱਕ, ਨਾ ਸ਼ਾਇਦ ਜਾਂਚ ਪੜਤਾਲ ਵਾਲਿਆਂ ਦਾ ਗਿਆ ਤੇ ਨਾ ਮੀਡੀਆ ਦੇ ਜਿਹੜੇ ਖੋਜੀ ਪੱਤਰਕਾਰ ਸਨ, ਨਾ ਹੀ ਉਹਨਾਂ ਨੇ ਕੋਈ ਇਸ ਪਾਸੇ ਧਿਆਨ ਦਿੱਤਾ। ਜਿਹੜੀ ਖੋਜ ਕੀਤੀ ਆ ਉਹ ਕਹਿੰਦੇ ਆ ਕਿ ਦੇਖੋ ਜਿਹੜੀ ਇਹ ਰੈਲੀ ਸੀਗੀ ਨਾ ਜਿਹਦੇ ਵਿੱਚ ਇਹ ਬਲਾਸਟ ਹੋਇਆ, ਮਤਲਬ ਕਿ ਰੈਲੀ ਖਤਮ ਹੋਣ ਤੋਂ ਤੁਰੰਤ ਬਾਅਦ ਜਿੱਥੇ ਇਹ ਬਲਾਸਟ ਹੋਇਆ ਰੈਲੀ ਵਾਲੀ ਥਾਂ ਦੇ ਕੋਲ, ਤਾਂ ਉਹ ਜਿਹੜੀ ਰੈਲੀ ਸੀ ਉਹ ਕਹਿੰਦੇ ਆ ਕਿ ਤੈਅ ਪ੍ਰੋਗਰਾਮ ਦੇ ਮੁਤਾਬਕ ਇਹ ਮਨਜ਼ੂਰ ਸ਼ੁਦਾ ਨਹੀਂ ਸੀਗੀ। ਮਤਲਬ ਕਿ ਇੱਕ ਇੱਥੇ ਪ੍ਰੋਸੈਸ ਹੈ ਨਾ, ਮੈਨੂੰ ਤੁਹਾਡੇ ਤੇ ਇੱਧਰਲੇ ਇਲੈਕਸ਼ਨ ਦਾ ਨਹੀਂ ਪਤਾ ਕਿੱਦਾਂ ਹੁੰਦਾ, ਸਾਡੇ ਇੱਧਰ ਏਦਾਂ ਹੈ ਕਿ ਜੇ ਮੰਨ ਲਓ ਕੋਈ ਉਮੀਦਵਾਰ 6 ਰੈਲੀਆਂ ਕਰਦਾ ਹੈ ਤਾਂ ਜਿਹੜਾ ਚੋਣ ਅਫਸਰ ਆ ਉਹ 6 ਦੀ ਮਨਜ਼ੂਰੀ ਦਿੰਦਾ ਕਿ ਹਾਂ ਭਾਈ ਤੁਸੀਂ ਇੰਨੇ ਵਜੇ ਇੱਥੇ ਰੈਲੀ ਕਰ ਸਕਦੇ ਹੋ। ਤਾਂ ਜਿਹੜੀ ਜਗ੍ਹਾ ਤੋਂ ਰੈਲੀ ਕੀਤੀ ਗਈ ਆ ਦੱਸਦੇ ਕਿ ਉਸ ਰੈਲੀ ਦੀ ਮਨਜ਼ੂਰੀ ਨਹੀਂ ਲਈ ਗਈ, ਬਲਕਿ ਇਹ ਖੜੇ ਪੈਰ ਰੈਲੀ 'ਚ ਜਾਣ ਦਾ ਪ੍ਰੋਗਰਾਮ ਬਣਿਆ ਹਰਮਿੰਦਰ ਜੱਸੀ ਦਾ। ਔਰ ਇਹ ਪ੍ਰੋਗਰਾਮ ਜਿਹੜਾ ਸੀਗਾ ਉਹ ਬਣਾਇਆ ਸੀਗਾ ਇਹਦੇ ਪੀਏ ਪਾਲੀ ਨੇ, ਔਰ ਕਿਉਂਕਿ ਪਾਲੀ ਇਸ ਘਟਨਾ ਦੇ ਵਿੱਚ ਮਰ ਗਿਆ। ਹੁਣ ਦੱਸਦੇ ਕਿ 2 ਬੰਦੇ ਜਿਹੜੇ ਸੀਗੇ, ਇੱਕ ਤੇ ਪਜਾਮੇ ਵਾਲਾ, ਉਹਦਾ ਨਾਮ ਪਜਾਮੇ ਵਾਲਾ ਕਰੈਕਟਰ ਰੱਖ ਕੇ ਚੱਲਿਆ ਜਾ ਰਿਹਾ, ਔਰ ਦੂਸਰਾ ਕੋਈ ਮਾਨ ਸਾਹਿਬ ਸੀਗਾ। ਇਹ 2 ਬੰਦੇ ਉਸ ਬੰਦੇ ਤੱਕ ਪਹੁੰਚ ਕਰਦੇ ਆ, ਪੀਏ ਤੱਕ, ਜਿਹੜਾ ਕਿ ਹੁਣ ਇਸ ਸੰਸਾਰ ਦੇ ਵਿੱਚ ਨਹੀਂ, ਔਰ ਉਹ ਹੀ ਹਰਮਿੰਦਰ ਜੱਸੀ ਨੂੰ ਕਹਿੰਦਾ ਕਿ ਆਪਾਂ ਇੱਕ ਰੈਲੀ ਹੋਰ ਕਰਨੀ ਆ। ਤਾਂ ਇਹ ਜਦੋਂ ਉਸ ਰੈਲੀ 'ਚ ਜਾਂਦੇ ਆ ਫਿਰ ਉਦੋਂ ਤੁਹਾਨੂੰ ਪਤਾ ਹੀ ਹੈ ਸ਼ਾਮ ਪੈ ਚੁੱਕੀ ਹੈ, ਤਾਂ ਜਦੋਂ ਰੌਲ ਗੋਲੇ 'ਚੋਂ ਨਿਕਲਦੇ ਆ ਤਾਂ ਉਸੇ ਦਰਮਿਆਨ ਹੀ ਬਲਾਸਟ ਹੁੰਦਾ। ਤਾਂ ਉਸ ਬਲਾਸਟ ਦੇ ਵਿੱਚ ਉਹ ਜਿਹੜਾ ਪਾਲੀ ਪੀਏ ਜਿਹਨੇ ਉਹ ਰੈਲੀ ਸੈੱਟ ਕੀਤੀ ਸੀ, ਟਾਈਮ ਸੈੱਟ ਕੀਤਾ ਸੀਗਾ, ਉਹ ਬੰਦਾ ਜਿਹੜਾ ਮਰ ਜਾਂਦਾ। ਹੁਣ ਇਹ ਜਿਹੜੇ 2 ਸ਼ਖਸ ਆ ਦੱਸਦੇ ਆ ਕਿ ਬਠਿੰਡੇ ਕਿਰਾਏ ਦੀ ਕੋਠੀ 'ਚ ਰਹਿੰਦੇ ਸਨ, ਪਤਾ ਨਹੀਂ ਇਹਨਾਂ ਦੀ ਨੇੜਤਾ ਉਸ ਪੀਏ ਤੱਕ ਕਿੱਦਾਂ ਹੋਈ ਆ। ਸੋ ਇਹ 2 ਬੰਦੇ ਆ ਜਿਹੜੇ ਇਹ ਵੀ ਗਾਇਬ ਆ। ਹੁਣ ਪੁਲਿਸ ਇਸ ਗੱਲ ਦੀ ਤੇ ਪੁਸ਼ਟੀ ਕਰਦੀ ਪਈ ਆ ਕਿ ਉਹ ਰੈਲੀ ਹੈ ਜਿਹੜੀ ਅਣਅਧਿਕਾਰਤ ਸੀਗੀ, ਮਤਲਬ ਕਿ ਗੈਰ ਮਨਜ਼ੂਰ ਸ਼ੁਦਾ ਸੀਗੀ। ਖੜੇ ਪੈਰ ਰੈਲੀ ਕਿਉਂ ਕੀਤੀ ਗਈ ਸਾਨੂੰ ਵੀ ਨਹੀਂ ਪਤਾ। ਦੂਜੇ ਪਾਸੇ ਜਿਹੜੇ 2 ਬੰਦੇ ਜਿਹੜੇ ਦੱਸਦੇ ਆ ਕਿ ਰੈਲੀ ਦੇ ਮੁੱਖ ਆਯੋਜਕ ਦੇ ਤੌਰ ਤੇ ਸਾਹਮਣੇ ਆਏ ਆ, ਉਹ ਵੀ 2 ਬੰਦੇ ਆ ਜਿਹੜੇ ਉਹ ਲਾਪਤਾ। ਪੱਕਾ ਐਡਰੈਸ ਵੀ ਨਹੀਂ ਉਹਨਾਂ ਦਾ ਲੱਭਦਾ ਪਿਆ ਕਿਉਂਕਿ ਉਹ ਕਿਰਾਏ ਦੀ ਕੋਠੀ 'ਚ ਰਹਿੰਦੇ ਸਨ। ਪਤਾ ਨਹੀਂ ਉਹ ਡਰਦੇ ਨਿਕਲ ਗਏ ਕਿਸੇ ਪਾਸੇ ਜਾਂ ਉਹ ਕੰਮ ਹੀ ਕਰਨਾ ਆਏ ਸੀ ਤੇ ਆਪਣਾ ਕੰਮ ਕਰਕੇ ਚਲੇ ਗਏ। ਸੋ ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਕੜੀ ਹੈ ਜਿਹੜੀ, ਜਿੱਦਾਂ ਉਹ ਗੁਰਤੇਜ ਕਾਲੇ ਦੇ ਮਾਮਲੇ 'ਚ ਵੀ ਇਹਨਾਂ ਨੇ ਕਾਲੇ ਪੈਰ ਚੁੱਕ ਲਏ, ਨਾ ਉਹਦਾ ਨਸ਼ਰ ਕਰ ਦਿੱਤਾ, ਹੁਣ ਉਹ ਵੀ ਨਹੀਂ ਲੱਭਦਾ ਪਿਆ। ਲੱਭਣਾ ਕੀ ਸੀਗਾ ਸਿਰ ਜਾਂਦਿਆਂ ਦਾ। ਪਿੱਛੋਂ ਇਹਨਾਂ ਨੇ ਕੈਪਟਨ ਸਾਹਿਬ ਹੋਰਾਂ ਨੇ ਆਵਾਜ਼ ਮਾਰ ਲਈ ਕਿ ਛੱਡੋ ਖਹਿੜਾ, ਜੇ ਨਹੀਂ ਲੱਭਦਾ ਦਫਾ ਕਰੋ, ਆਪਾਂ ਠੇਕਾ ਲਿਆ ਦਾ। ਤਾਂ ਦੇਖੋ ਜਿੱਦਾਂ ਉਹ ਅਹਿਮ ਕੜੀ ਆ ਉਹਦਾ ਇਹ ਵੀ ਬੰਦਾ ਅਹਿਮ ਕੜੀ ਸੀ ਇਸ ਮਾਮਲੇ 'ਚ, ਪਾਲੀ ਵੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਹੁਣ ਆਪ ਮਰ ਗਿਆ ਇਸ ਮਾਮਲੇ 'ਚ। ਸੋ ਇਹ ਇੱਕ ਨਵਾਂ ਖੁਲਾਸਾ ਹੈ ਕਿ ਉਹ ਰੈਲੀ ਖੜੇ ਪੈਰ ਕਿਹਨਾਂ ਨੇ ਰੱਖੀ, ਕਿਵੇਂ ਉਹ ਟਾਈਮ ਸੈੱਟ ਕੀਤਾ, ਉਹਨਾਂ ਦੀ ਪੀਏ ਦੇ ਨਾਲ ਕਿਵੇਂ ਨੇੜਤਾ ਸੀ, ਇਹ ਸਾਰਾ ਕੁਛ ਜਿਹੜਾ ਸਵਾਲਾਂ ਦੇ ਘੇਰੇ 'ਚ। ਹਰਮਿੰਦਰ ਜੱਸੀ ਖੁਦ ਕਹਿੰਦਾ ਕਿ ਇਸ ਗੱਲ ਦੀ ਮੈਂ ਪੁਸ਼ਟੀ ਕਰਦਾ ਕਿ ਉਹ ਰੈਲੀ ਸਾਡੇ ਏਜੰਡੇ 'ਚ ਨਹੀਂ ਸੀਗੀ, ਤੈਅ ਪ੍ਰੋਗਰਾਮ ਦੇ ਮੁਤਾਬਕ ਨਹੀਂ ਸੀ, ਪਰ ਕਿਉਂਕਿ ਸਾਰਾ ਪ੍ਰੋਗਰਾਮ ਮੇਰਾ ਪੀਏ ਦੇਖਦਾ ਸੀਗਾ, ਉਹਨੇ ਕਿਹਾ ਤੇ ਫਿਰ ਮੈਂ ਉਸ ਰੈਲੀ ਦੇ ਵਿੱਚ ਚਲੇ ਗਿਆ। ਤਾਂ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਉਹ ਰੈਲੀ ਸ਼ਾਇਦ ਕੀਤੀ ਹੀ ਇਸੇ ਕਰਕੇ ਗਈ ਹੋਵੇ। ਹੁਣ ਅੱਗੇ ਇਹ ਤੰਦਾਂ ਜਿਹੜੀਆਂ ਉਹ ਖੋਲਣੀਆਂ ਪੜਤਾਲੀ ਅਫਸਰਾਂ ਨੇ, ਤੇ ਜਿਹੜੇ ਪੜਤਾਲੀ ਅਫਸਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ, ਉਹ ਇਹ ਪੜਤਾਲ ਕਰਕੇ ਜਾਣ ਦੀ ਥਾਂ ਤੇ ਕਿ ਕਿਹੜੇ ਬੰਦੇ ਨੇ ਕੀ ਕੀਤਾ, ਉਹ ਇਹ ਪੜਤਾਲ ਕਰਕੇ ਚੱਲਦੇ ਪਏ ਆ ਕਿ ਉੱਤੋਂ ਜਿਹੜੇ ਬੰਦੇ ਸਾਨੂੰ ਹੁਕਮ ਦਿੰਦੇ ਆ ਉਹਨਾਂ ਹੁਕਮਾਂ ਦੇ ਵਿੱਚ
ਸੱਜੇ ਕਿੱਧਰ ਨੂੰ ਜਾਣਾ, ਖੱਬੇ ਕਿੱਧਰ ਨੂੰ ਜਾਣਾ, ਇਹ ਡਾਇਰੈਕਸ਼ਨ ਕਿੱਥੇ ਆ। ਸੋ ਉਹ ਡਾਇਰੈਕਸ਼ਨ ਨੂੰ ਲੱਭਦੇ ਆ, ਨਾ ਕਿ ਉਹ ਉਹਨਾਂ ਸ਼ਖਸਾਂ ਨੂੰ ਲੱਭਣ ਦਾ ਯਤਨ ਕਰਦੇ ਪਏ ਜਿਹੜੇ ਕਿ ਆਮ ਤੌਰ ਤੇ ਅਸੀਂ ਜਿਵੇਂ ਕਹਿ ਦਿੰਦੇ ਹਾਂ ਕਿ ਫਲਾਣਾ ਇੱਕ ਪੁੱਲ ਸਾਬਤ ਹੋ ਸਕਦਾ। ਪੁੱਲ ਨਹੀਂ, ਮੈਂ ਕਹੂੰਗਾ ਕਿ ਉਹ ਬੰਦੇ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਟਿਕਾਣਾ ਸਾਬਤ ਹੋ ਸਕਦੇ ਆ ਜਿੱਥੇ ਜਾ ਕੇ ਦੂਸਰੇ ਜਿਹੜੇ ਸਾਜ਼ਿਸ਼ਕਾਰੇ, ਮੁੱਖ ਸਾਜ਼ਿਸ਼ਕਾਰੇ ਆ, ਉਹਨਾਂ ਦੇ ਕਾਲਰਾਂ ਨੂੰ ਨੱਪਿਆ ਜਾ ਸਕਦਾ। ਜੀ ਜੀ ਜੀ। ਅਗਲੀ ਗੱਲ ਕਰੀਏ, ਨਵਜੋਤ ਸਿੱਧੂ ਹੁਣਾਂ ਨੇ ਨਜਾਇਜ਼ ਕਬਜ਼ੇ ਛਡਾਉਣ ਦੇ ਉੱਤੇ ਇੱਕ ਵਾਰੀ ਫੇਰ ਸਰਕਾਰ ਦੀ ਇੱਛਾ ਸ਼ਕਤੀ ਦਰਸਾਈ ਆ। ਦੇਖੋ, ਨਵਜੋਤ ਸਿੱਧੂ ਸ਼ਕਤੀ ਵੀ ਦਰਸਾ ਦਿੰਦਾ, ਇੱਛਾ ਵੀ ਦਰਸਾ ਦਿੰਦਾ, ਪਰ ਹੁੰਦਾ ਕੁਛ ਨਹੀਂ ਹੈ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਇਹ ਇੱਛਾ ਸ਼ਕਤੀ ਵਿਚਾਰਾ ਦਰਸਾਈ ਜਾਂਦਾ, ਉਦੋਂ ਦਾ ਇੱਛਾ ਸ਼ਕਤੀ ਦਰਸਾਈ ਜਾਂਦਾ, ਨਾਲੇ ਖੁਦ ਨੂੰ ਤਰਸਾਈ ਜਾਂਦਾ, ਹੁੰਦਾ ਕੁਛ ਨਹੀਂ ਹੈ। ਸੋ ਇਹਨੇ ਹੁਣ ਫੇਰ ਬਿਆਨ ਦਿੱਤਾ। ਵੈਸੇ ਥੋੜਾ ਦਿਨ ਪਹਿਲਾਂ ਜਿਹੜੀ ਕੈਬਨਿਟ ਮੀਟਿੰਗ ਹੋਈ ਆ, ਉਹਦੇ 'ਚ ਇਹਨਾਂ ਨੇ ਏਜੰਡਾ ਲਿਆਂਦਾ ਸੀਗਾ ਕਿ ਜਿਹੜੇ ਕਬਜ਼ੇ ਆ ਸਰਕਾਰੀ ਥਾਵਾਂ ਤੇ ਉਹ ਛੁਡਾਏ ਜਾਣਗੇ, ਔਰ ਇਸ ਸਾਰੀ ਮੁਹਿੰਮ ਦੀ ਜਿਹੜੀ ਨਿਗਰਾਨੀ ਹੈ ਉਹ ਨਵਜੋਤ ਸਿੱਧੂ ਕਰੂਗਾ। ਤਾਂ ਨਵਜੋਤ ਸਿੱਧੂ ਤੁਹਾਨੂੰ ਪਤਾ ਹੀ ਹੈ, ਫਿਰ ਜਿਹੜੀ ਜ਼ਿੰਮੇਵਾਰੀ ਉੱਠ ਲੈਂਦਾ ਉਹ ਥੋੜਾ ਜਿਹਾ ਜ਼ਿਆਦਾ ਹੀ ਜੋਸ਼ ਦੇ ਵਿੱਚ ਆ ਜਾਂਦਾ। ਹੁਣ ਉਹਨੇ ਇੱਕ ਵਾਰੀ ਫੇਰ ਚੇਤਾ ਦਿੱਤਾ ਜੀ, ਸਾਰੀਆਂ ਜਾਂ ਨਜਾਇਜ਼ ਕਬਜ਼ੇ ਆ ਜਿਹੜੇ, ਇਹ ਛੱਡਾਂਗੇ ਨਹੀਂ, ਬਲਕਿ ਅਸੀਂ ਇਹੋ ਜਿਹੀਆਂ ਇਮਾਰਤਾਂ ਦੇ ਮਾਲਕਾਂ ਤੋਂ ਟੈਕਸ ਦੇ ਰੂਪ 'ਚ ਇਕੱਤਰ ਕਰਾਂਗੇ ਪੈਸਾ, ਤੇ ਉਸ ਪੈਸੇ ਦੇ ਨਾਲ ਫਿਰ ਪੰਜਾਬ ਦਾ ਵਿਕਾਸ ਕਰਾਂਗੇ। ਜਿਵੇਂ ਅੱਗੇ ਇੱਕ ਨਾਅਰਾ ਦਿੱਤਾ ਸੀਗਾ ਇਹਨਾਂ ਨੇ ਕਿ ਅਸੀਂ ਕੇਵਲ ਮਾਫੀਆ ਤੋਂ ਇੰਨਾ ਲਵਾਂਗੇ ਬਕਾਇਆ, ਫਿਰ ਉਹਦੇ ਨਾਲ ਟੈਕਸ ਭਰਾਂਗੇ, ਟੈਕਸ ਦੇ ਨਾਲ ਅਸੀਂ ਫਿਰ ਪੰਜਾਬ 'ਚ ਖੁਸ਼ਹਾਲੀ ਜਾਵਾਂਗੇ। ਇਹ ਵੀ ਇੱਕ ਇਹਨਾਂ ਨੇ ਮੋਦੀ ਸਾਹਿਬ ਵਾਂਗੂ ਹੁਣ ਨਵਾਂ ਜੁਮਲਾ ਸਾਡੇ ਸਾਹਮਣੇ ਪੇਸ਼ ਕੀਤਾ ਕਿ ਅਸੀਂ ਇਹ ਸਾਰੀਆਂ ਜ਼ਮੀਨਾਂ ਜਿਨ੍ਹਾਂ ਤੇ ਕਬਜ਼ੇ ਆ ਉਹ ਛੁਡਾਵਾਂਗੇ। ਤਾਂ ਦੇਖੋ, ਇਹ ਕਬਜ਼ੇ ਤੇ ਛੁੱਟਣੇ ਚਾਹੀਦੇ। ਕਬਜ਼ੇ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ, ਇਸ ਗੱਲ ਦੀ ਕੋਈ ਬੰਦਾ ਮੇਰੇ ਖਿਆਲ ਦੇ ਨਾਲ ਇਨਕਾਰੀ ਨਹੀਂ ਕਰੂਗਾ। ਕਬਜ਼ੇ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਕਬਜ਼ਿਆਂ ਦੀ ਤੇ ਇੱਥੇ ਆਦਤ ਪਈ ਹੋਈ ਹੈ ਨਾ। ਜਿੰਨਾ ਕੋਈ ਜ਼ੋਰ ਚੱਲਦਾ, ਜੇ ਹੋਰ ਨਾ ਹੋਵੇ ਤੇ ਬੈਠਕ ਦਾ ਥੜਾ ਹੀ ਗਲੀ ਵੱਲ ਨੂੰ ਵਧਾ ਲੈਂਦਾ 3 ਫੁੱਟ, ਕਬਜ਼ਾ ਤੇ ਉਹ ਵੀ ਕਰ ਲੈਂਦਾ। ਜੇ ਕੋਈ ਰੇਹੜੀ ਫੜੀ ਵਾਲਾ, ਉਹਨਾਂ ਕੋ ਜ਼ੋਰ ਜਿੰਨਾ ਕੋ ਦਾ ਚੱਲਦਾ ਉਹ ਵੀ ਚਲਾ ਲੈਂਦਾ। ਤਾਂ ਇਹ ਤੇ ਫਿਰ ਇੱਥੇ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ। ਆਹ ਜਿਹੜੀਆਂ ਅਣਅਧਿਕਾਰਤ ਕਲੋਨੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਬਣੀਆਂ। ਇੱਕ ਦਾ ਤਾਂ ਇਹਨਾਂ ਦੇ ਆਉਂਦੇ ਹੀ ਕੱਚਾ ਚਿੱਠਾ ਖੁੱਲ ਗਿਆ ਸੀ। ਬਠਿੰਡੇ ਦੇ ਬਾਹਰ ਇੱਕ ਕਲੋਨੀ ਕੱਟੀ ਆ, ਉਹ ਮੀਂਹ ਵਾਹਵਾ ਪਿਆ ਤੇ ਉਹ ਜਿਵੇਂ ਮੀਂਹ ਦਾ ਪਾਣੀ ਲੱਥਾ ਤੇ ਉਹ ਥੱਲੇ ਜਿੱਥੇ ਕਲੋਨੀ ਬਣੀ ਸੀ ਉਹ ਕਲੋਨੀ ਥੱਲੇ ਬਹਿ ਗਈ। ਤੇ ਜਦੋਂ ਲੋਕਾਂ ਨੇ ਧਿਆਨ ਨਾਲ ਦੇਖਿਆ ਤੇ ਕਬਰਸਤਾਨ ਸੀਗਾ। ਇਹਨਾਂ ਦੇ ਆਪਣੇ ਬੰਦੇ 1-2 ਸੀਗੇ ਜਿਹੜੇ ਕਬਰਸਤਾਨ 'ਚ ਹੀ ਲੋਕਾਂ ਨੂੰ ਬਿਠਾ ਕੇ ਕਬਰਸਤਾਨ 'ਚ ਹੀ ਕਲੋਨੀ ਬਣਾ ਗਈ। ਆਹ ਬਠਿੰਡੇ ਦੀ ਗੱਲ ਆ। ਔਰ ਉਹ ਤਾਰਾਂ ਜਿਹੜੀਆਂ ਉਹ ਗਿੱਦੜਵੇ ਨਾਲ ਜੁੜਦੀਆਂ, ਤੇ ਗਿੱਦੜਵੇ ਦੀਆਂ ਅੱਗੇ ਤਾਰਾਂ ਕਿਹਦੇ ਨਾਲ ਜੁੜਦੀਆਂ, ਇਹਨਾਂ ਦੀ ਪਾਰਟੀ 'ਚ ਤੁਹਾਨੂੰ ਪਤਾ ਹੀ ਹੈ। ਉਦੋਂ ਵੀ ਰੌਲਾ ਪਿਆ, ਪਰ ਗੱਲ ਆਈ ਗਈ ਹੋ ਗਈ। ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ, ਇਹਨਾਂ ਦੇ ਆਪਣੇ ਪਾਰਟੀ ਦੇ ਵੀ ਹੋਣਗੇ ਔਰ ਇਹਨਾਂ ਤੋਂ ਗੈਰ ਕਾਂਗਰਸੀ ਵੀ ਹੋਣਗੇ, ਜਿਨ੍ਹਾਂ ਨੇ ਇਸ ਧੰਦੇ 'ਚ ਨਾ ਸਿਰਫ ਹੱਥ ਰੰਗੇ ਆ, ਬਲਕਿ ਉਹਨਾਂ ਦੇ ਪੈਰ ਵੀ ਲਿਬੜੇ ਹੋਏ। ਪੈਰ ਇਸ ਕਰਕੇ ਲਿਬੜੇ ਆ ਕਿ ਇਕੱਲੀਆਂ ਸ਼ਹਿਰੀ ਜ਼ਮੀਨਾਂ ਹੀ ਨਹੀਂ ਕਬਜ਼ੇ ਹੇਠ। ਅੱਜ ਤੁਸੀਂ ਸ਼ਾਮਲਾਟ ਜ਼ਮੀਨਾਂ ਦਾ ਸੁਣ ਕੇ ਹੈਰਾਨ ਰਹੋਗੇ ਕਿ 33,000 ਕਿੱਲਾ ਜਿਹੜਾ ਉਹ ਨਜਾਇਜ਼ ਵਗਦਾ ਪਿਆ ਕਬਜ਼ੇ ਹੇਠ। ਸੋ ਇਹ ਸਰਕਾਰੀ ਜਾਇਦਾਦਾਂ ਛਡਾਉਣੀਆਂ ਤੇ ਚਲੋ ਹੁਣ ਇਹਨਾਂ ਦੀ ਮਜਬੂਰੀ ਆ, ਕਿਉਂਕਿ ਸੁਖਬੀਰ ਬਾਦਲ ਵਾਂਗੂ ਉਹ ਦਿਨ ਤੇ ਲੱਭਣੇ ਨਹੀਂ ਕਿ ਜਦੋਂ ਸੁਖਬੀਰ ਬਾਦਲ ਕਦੇ ਇੱਧਰੋਂ ਜੇਲ੍ਹ ਵੇਚ ਦਿੰਦਾ ਸੀ, ਜੇ ਜੇਲ੍ਹ ਨਹੀਂ ਤੇ ਪਾਗਲਖਾਨਾ ਹੀ ਵੇਚ ਦਿੰਦਾ ਸੀਗਾ, ਜੇ ਨਹੀਂ ਤੇ ਕੋਈ ਹੋਰ ਓਲਡ ਏਜ ਹੋਮ ਲੱਭ ਲੈਂਦਾ ਸੀ। ਉਹ ਏਦਾਂ ਜ਼ਮੀਨਾਂ ਵੇਚੀ ਗਿਆ। ਇਹਨਾਂ ਦੇ ਕੋਲ ਉਹ ਵੀ ਨਹੀਂ ਬੁੱਲੇ ਲੁੱਟਣ ਨੂੰ। ਹੁਣ ਇਹਨਾਂ ਦੇ ਕੋਲ ਇਹੀ ਆ ਕਿ ਕਬਜ਼ੇ ਛਡਾਉਣ ਤੇ ਆਪ ਦਾ ਕਬਜ਼ਾ ਜਮਾਉਣ, ਉਸ ਤੋਂ ਬਾਅਦ ਕਿਸੇ ਦੀ ਝੋਲੀ 'ਚ ਪਾਉਣ, ਉਸ ਤੋਂ ਬਾਅਦ ਪੈਸਾ ਲਿਆਉਣ ਤੇ ਆਪਣਾ ਕੰਮ ਚਲਾਉਣ। ਪਰ ਦੂਜੇ ਪਾਸੇ ਜਿਹੜੀ ਪੰਚਾਇਤੀ ਜ਼ਮੀਨ ਜਾਂ ਸ਼ਾਮਲਾਟ ਜ਼ਮੀਨ ਜਿਹਨੂੰ ਆਪਾਂ ਕਹਿੰਦੇ ਆ, ਇਹ ਵੀ ਤਾਂ ਛਡਾਉਣੀ ਚਾਹੀਦੀ ਹੈ ਨਾ। ਹੁਣ ਇਹ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ। ਉਹ ਇਸ ਕਰਕੇ ਕਿਉਂਕਿ ਪਿੰਡਾਂ 'ਚ ਇਹਨਾਂ ਦੀਆਂ ਵੋਟਾਂ ਖਰਾਬ ਹੁੰਦੀਆਂ। ਜਿਹੜੇ ਏਦਾਂ ਦੇ ਕਬਜ਼ੇ ਆ 33,000 ਕਿੱਲੇ ਦੇ, ਉਹ ਇਹ ਨਹੀਂ ਹੈਗਾ ਕਿ ਉੱਥੇ ਦਲਿਤ ਬੈਠੇ ਆ ਨੱਪ ਕੇ, ਜਾਂ ਰਿਕਸ਼ਾ ਚਲਾਉਣ ਵਾਲੇ ਆਪਣਾ ਘਰ ਬਣਾ ਕੇ ਬੈਠੇ ਆ, ਜਾਂ ਹੋਰ ਦਿਹਾੜੀਦਾਰ ਮਜ਼ਦੂਰ, ਜਾਂ ਛੋਟੇ ਨਿੱਕੇ ਨਿੱਕੇ ਕਿਸਾਨ ਜਾਂ ਬੇਜ਼ਮੀਨੇ ਕਿਸਾਨ ਬੈਠੇ ਆ। ਇਹਨਾਂ ਤੇ ਵੱਡੀਆਂ ਸਿਰੀਆਂ ਵਾਲੀ ਸੱਪ ਬੈਠੇ ਆ। ਇਹ ਇੱਕ ਹਕੀਕਤ ਆ। ਔਰ ਜਿਹੜੇ ਪੰਚਾਇਤੀ ਨੁਮਾਇੰਦੇ ਆ ਸਾਡੇ ਇੱਥੋਂ ਦੇ ਪੰਜਾਬ ਦੇ, ਉਹ ਸਿੱਧੇ ਕਹਿੰਦੇ ਆ ਕਿ ਇਹ ਜਿਹੜੇ ਕਬਜ਼ੇ ਆ ਇਹ ਸਭ ਤੋਂ ਜ਼ਿਆਦਾ ਸਿਆਸਤਦਾਨਾਂ ਨੇ ਕੀਤੇ ਆ। ਦੂਜਾ ਨੰਬਰ ਹੈ ਜਿਹੜਾ ਅਫਸਰਾਂ ਦਾ ਆਉਂਦਾ, ਤੀਜਾ ਨੰਬਰ ਪੁਲਿਸ ਵਾਲਿਆਂ ਦਾ ਆਉਂਦਾ। ਪਰ ਚੰਡੀਗੜ੍ਹ ਦੇ ਨੇੜੇ ਵੀ ਤੇ ਸਭ ਕੁਛ ਹੋਇਆ। ਵੈਸੇ ਵੀ ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ ਦਾ ਕਿੱਸਾ ਖੁੱਲਿਆ, ਔਰ ਇਸ ਤੋਂ ਪਹਿਲਾਂ
ਬਹੁਤ ਸਾਰੀ ਜਾਇਦਾਦ ਇਸੇ ਤਰ੍ਹਾਂ ਹੀ ਕਬਜ਼ਾ ਕੇ ਚੰਡੀਗੜ੍ਹ ਦੇ ਨੇੜੇ ਨੇੜੇ ਉਹ ਵੇਚੀ ਗਈ ਹੈ। ਤੇ ਇਹ ਸਾਰਾ ਕੁਝ ਜਿਹੜਾ ਚੱਲਦਾ ਹੈ, ਜਾਂ ਤੇ ਨਿਰਪੱਖ ਹੋ ਕੇ ਇੱਕ ਵੱਡੋਂ ਕੋਈ ਮੁਹਿੰਮ ਛੇੜੀ ਜਾਵੇ, ਸਾਰੇ ਕਬਜ਼ੇ ਛੁਡਾਏ ਜਾਣ ਤਾਂ ਬਿਹਤਰ ਹੈ। ਚਲੋ ਅੱਗੇ ਸਰਕਾਰ ਦਾ ਉਹ ਕੰਮ ਆ, ਉਹਨਾਂ ਨੇ ਵੇਖਣਾ ਇਹਨਾਂ ਜ਼ਮੀਨਾਂ ਨੂੰ ਵੇਚਣਾ ਜਾਂ ਇਹਨਾਂ ਦੀ ਕਮਾਈ ਖਾਣੀ ਹੈ, ਉਹ ਉਹਨਾਂ ਦੀ ਪਾਲਿਸੀ ਹੋ ਸਕਦੀ ਹੈ। ਪਰ ਇਹ ਜਿਹੜੇ ਕਬਜ਼ੇ ਆ ਘੱਟੋ ਘੱਟ ਸਾਰੇ ਛਡਾਉਣੇ ਚਾਹੀਦੇ ਆ। ਇਹ ਨਹੀਂ ਹੈ ਕਿ ਸ਼ਹਿਰਾਂ ਦੇ ਵਿੱਚੋਂ ਛਡਾ ਲਿਆ ਕਿਉਂਕਿ ਸ਼ਹਿਰੀ ਜ਼ਮੀਨ ਦਾ ਫਰਕ ਹੈ, ਰੇਟਾਂ ਦਾ ਥੋੜਾ ਜਿਹਾ, ਪਿੰਡ ਦੇ ਕਬਜ਼ੇ ਜਿਹੜੇ ਛੱਡ ਦਿੱਤੇ ਜਾਣ। ਨਹੀਂ, ਸਭ ਤੋਂ ਜ਼ਰੂਰੀ ਹੈ ਕਿ ਸਾਰੀਆਂ ਹੀ ਜਾਇਦਾਦਾਂ ਜਿਹੜੀਆਂ ਉਹ ਨਜਾਇਜ਼ ਕਬਜ਼ਿਆਂ ਚੋਂ ਕਢਾਈਆਂ ਜਾਣ। ਪਰ ਇਹ ਇੱਛਾ ਸ਼ਕਤੀ ਜਿਹੜੀ ਹੈ ਉਹ ਦੇਖਦੇ ਆ ਕਿ ਇੱਛਾ ਕਦੋਂ ਪ੍ਰਗਟ ਆਉਂਦੀ ਹੈ ਕਿ ਸ਼ਹਿਰਾਂ ਤੋਂ ਬਾਅਦ ਪਿੰਡਾਂ ਦੀ ਵੀ ਵਾਰੀ ਆਵੇ। ਜੀ ਜੀ। ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ ਕਰੋੜਾਂ ਦਾ ਸੋਨਾ ਬਰਾਮਦ। ਦੇਖੋ, ਇਹ ਜਿਹੜਾ ਸੋਨਾ ਬਰਾਮਦ ਹੋਇਆ ਨਾ ਜਿਹੜੀ ਗੱਡੀ ਦੇ ਵਿੱਚੋਂ, ਅੱਜ ਜਿਸ ਤਰ੍ਹਾਂ ਬੈਂਕ ਵਾਲੀਆਂ ਗੱਡੀਆਂ ਨਹੀਂ ਹੁੰਦੀਆਂ ਕੈਸ਼ ਢੋਆ ਕਰਦੀਆਂ ਜਿਹੜੀਆਂ, ਇਸ ਤਰ੍ਹਾਂ ਦੀ ਇੱਕ ਬਖਤਰਬੰਦ ਜੀ ਗੱਡੀ ਸੀ ਜੀ। ਤੇ ਉਹ ਦੇਖਣ ਨੂੰ ਏਦਾਂ ਹੀ ਲੱਗਦੀ ਆ ਕਿ ਜਿੱਦਾਂ ਕਿਸੇ ਬੈਂਕ ਦੀ ਕੈਸ਼ ਵੈਨ ਜਾਂਦੀ ਪਈ ਆ। ਹੁਣ ਉਸ ਅਖੌਤੀ ਕੈਸ਼ ਵੈਨ ਨੂੰ ਕਹਿ ਲਈਏ ਆਪਾਂ, ਤਾਂ ਉਹ ਜਿਹੜੀ ਕੈਸ਼ ਵੈਨ ਸੀਗੀ ਉਹਨੂੰ ਘੇਰ ਕੇ ਤਲਾਸ਼ੀ ਲਈ ਗਈ ਹੈ ਤੇ ਦੱਸਦੇ ਆ ਕਿ ਕਰੋੜਾਂ ਰੁਪਈਆਂ ਦਾ ਸੋਨਾ ਜਿਹੜਾ ਉਹਦੇ ਚੋਂ ਬਰਾਮਦ ਹੋਇਆ। ਕੋਈ 10 ਕਿਲੋ ਲਿਖ ਰਿਹਾ ਨਿਊਜ਼ ਪੋਰਟਲ, ਕੋਈ 15 ਦੱਸਦਾ ਪਿਆ, ਪਰ ਦੱਸਦੇ ਆ ਕਿ ਕੀਮਤ ਜਿਹੜੀ ਆ ਉਹ ਕਰੋੜਾਂ ਦੇ ਵਿੱਚ ਆ। ਔਰ ਇਹ ਜਿਹੜਾ ਸੋਨਾ ਸੀਗਾ ਦੱਸਦੇ ਆ ਕਿ ਮੁੰਬਈ ਤੋਂ ਤੁਰਿਆ ਔਰ ਵਾਇਆ ਮੋਹਾਲੀ ਏਅਰਪੋਰਟ ਥਾਣੀ, ਇਹ ਅੱਗੇ ਇੱਧਰ ਨੂੰ ਸ਼ਹਿਰਾਂ ਨੂੰ ਆਉਂਦਾ ਪਿਆ ਸੀ, ਖੰਨੇ ਦੇ ਲਾਗੇ ਫੜਿਆ ਗਿਆ ਜੀ। ਇਹ ਸੋਨਾ ਬਹੁਤ ਵੱਡੇ ਪੱਧਰ ਤੇ ਸਪਲਾਈ ਕੀਤਾ ਜਾ ਰਿਹਾ ਸੀਗਾ। ਹੋ ਸਕਦਾ ਕਿ ਰਸਤੇ ਦੇ ਵਿੱਚ ਕੁਛ ਟਿਕਾਣਿਆਂ ਤੇ ਉਹ ਟਿਕਾਣੇ ਲੱਗ ਵੀ ਗਿਆ ਹੋਵੇ ਜਿੰਨਾ ਕੋਈ ਇਹਨਾਂ ਦੇ ਹੱਥ ਆਇਆ। ਕੋਈ 10 ਦੱਸਦਾ, ਕੋਈ 12, ਕੋਈ 14 ਦੱਸਦਾ, ਪਰ ਹੈ ਕਰੋੜਾਂ ਦਾ ਸੋਨਾ। ਇਹਦਾ ਮਤਲਬ ਇਹ ਹੈ ਕਿ ਇਹ ਸੋਨਾ ਪਹਿਲਾਂ ਵੀ ਇੱਥੇ ਆਉਂਦਾ ਹੋਊਗਾ। ਪਹਿਲਾਂ ਜਿਹੜਾ ਤੇ ਲੱਗਾ ਨਹੀਂ, ਜਿਸ ਤਰੀਕੇ ਨਾਲ ਉਹਨਾਂ ਨੇ ਵੈਨ ਜੀ ਬਣਾਈ ਸੀ ਖਟਾਰਾ ਜੀ, ਇਹ ਤੋਂ ਜਾਪਦਾ ਕਿ ਇਹ ਕੰਮ ਇਸੇ ਤਰ੍ਹਾਂ ਪਹਿਲਾਂ ਚੱਲਦਾ ਹੋਏਗਾ। ਕਿਉਂਕਿ ਦੇਖੋ, ਸਾਡੇ ਇੱਥੇ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਡਿਮਾਂਡ ਹੁੰਦੀ ਹੈ ਕਿਸੇ ਵੀ ਮਹਿੰਗੀ ਧਾਤੂ ਦੀ, ਤਾਂ ਉਹ ਹੈ ਸੋਨਾ। ਬਹੁਤ ਜ਼ਿਆਦਾ ਸੋਨਾ ਬਾਹਰੋਂ ਆਉਂਦਾ, ਜਿੰਨਾ ਲੀਗਲ ਢੰਗ ਦੇ ਨਾਲ ਆਉਂਦਾ ਉਹਨਾਂ ਇਲੀਗਲ ਢੰਗ ਦੇ ਨਾਲ ਵੀ ਆਉਂਦਾ। ਖੈਰ ਜ਼ਿਆਦਾ ਹੀ ਆਉਂਦਾ ਹੋਊਗਾ ਇਲੀਗਲ ਢੰਗ ਦੇ ਨਾਲ। ਕਦੇ ਕਿੰਨਾ ਸੋਨਾ ਫੜਿਆ ਜਾਂਦਾ, ਕਦੇ ਕਿੰਨਾ ਫੜਿਆ ਜਾਂਦਾ। ਆਹ ਮੇਹਲ ਚੌਕਸੀ ਜੀ ਦਾ ਆਪਾਂ ਨਾਂ ਲਿਆ, ਇਹਨੇ ਬੰਦੇ ਨੇ 2011-12 ਦੇ ਵਿੱਚ 11 ਕੁਇੰਟਲ ਸੋਨਾ ਮੰਗਾਇਆ ਸੀਗਾ ਔਰ ਉਹਦਾ ਟੈਕਸ ਅਦਾ ਨਹੀਂ ਸੀ ਕੀਤਾ, ਫੜਿਆ ਗਿਆ ਸੀਗਾ। ਬਾਅਦ ਦੇ ਵਿੱਚ ਉਹਦਾ ਕੀ ਬਣਿਆ ਅਜੇ ਤੱਕ ਨਹੀਂ ਪਤਾ, ਸਰਕਾਰੇ ਵੀ ਨਹੀਂ ਦੱਸੇਗੀ ਕਦੇ। ਖੈਰ ਇਹ ਸੋਨਾ ਇਸ ਤਰ੍ਹਾਂ ਆਉਂਦਾ ਔਰ ਵੱਡੇ ਲੋਕ ਜਿਹੜੇ ਸਮਗਲਰ ਕਹਿ ਲਓ ਜਾਂ ਕਾਰੋਬਾਰੀ ਕਹਿ ਲਓ, ਉਹ ਇਸ ਤਰ੍ਹਾਂ ਦਾ ਧੰਦਾ ਕਰਦੇ ਆ। ਪਰ ਇੱਕ ਚੀਜ਼ ਹੋਰ ਵੀ ਇੰਡੀਆ ਦੇ ਵਿੱਚ ਬੜੀ ਦਿਲਚਸਪ ਹੁੰਦੀ ਹੈ ਕਿ ਜਿਹੜਾ ਸੋਨਾ ਫੜਿਆ ਜਾਂਦਾ, ਬਹੁਤ ਵੱਡੀ ਤਾਦਾਦ ਦੇ ਵਿੱਚ ਕਸਟਮ ਵਾਲੇ ਸੋਨਾ ਜਿਹੜਾ ਉਹ ਦਿੱਲੀ ਏਅਰਪੋਰਟ ਤੇ ਵੀ ਫੜਦੇ ਆ। ਔਰ ਇੱਥੇ ਇੱਕ ਵਾਰੀ ਖਬਰ ਆ ਗਈ, ਮੇਰੇ ਖਿਆਲ ਦੇ ਨਾਲ ਇਹ 2016 ਦੀ ਗੱਲ ਆ, ਜਦੋਂ ਵਨ ਇੰਡੀਆ ਨਿਊਜ਼ ਪੋਰਟਲ ਵਾਲੇ ਜਿਹੜੇ ਕਿ ਕਾਫੀ ਖੋਜੀ ਪੱਤਰਕਾਰੀ ਕਰਦੇ ਆ, ਉਹਨਾਂ ਨੇ ਖੁਲਾਸਾ ਕੀਤਾ ਸੀਗਾ ਕਿ ਜਿਹੜਾ ਕਸਟਮ ਦਾ ਗੋਦਾਮ ਆ ਜਿੱਥੇ ਫੜ ਕੇ ਸੋਨਾ ਰੱਖਿਆ ਸੀ, ਉੱਥੋਂ ਹੀ 1 ਕੁਆਂਟਲ 30 ਕਿਲੋ ਸੋਨਾ ਚੋਰੀ ਹੋ ਗਿਆ। ਔਰ ਉਹ ਸੋਨਾ ਚੋਰੀ ਕਰਕੇ ਕੋਈ ਸੋਨਾ ਜਿਹੜਾ ਨਕਲੀ ਰੱਖ ਦਿੱਤਾ ਗਿਆ, ਪਤਾ ਹੀ ਨਹੀਂ ਲੱਗਿਆ। ਬਾਅਦ ਦੇ ਵਿੱਚ ਗੱਲ ਆਈ ਗਈ ਹੋਗੀ। ਸੋ ਇਸ ਤਰ੍ਹਾਂ ਵੀ ਕੰਮ ਚੱਲਦਾ ਕਿ ਜਿਹੜਾ ਫੜਿਆ ਸੋਨਾ, ਉਹ ਸੋਨਾ ਵੀ ਅੱਗੇ ਜਿਹੜਾ ਉਹ ਲੁੱਟਿਆ ਜਾਂਦਾ ਕਈ ਵਾਰ। ਇਹ ਸੋਨੇ ਦਾ ਧੰਦਾ, ਇਹਦਾ ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਇੱਥੇ ਬਲੈਕ ਮਨੀ ਬਹੁਤ ਵੱਡੇ ਪੱਧਰ ਤੇ ਹਰੇਕ ਸਾਲ ਬਣਦੀ ਹੈ ਔਰ ਉਹ ਬਲੈਕ ਮਨੀ ਬਾਹਰ ਭੇਜ ਕੇ ਤੇ ਬਾਹਰੋਂ ਸੋਨਾ ਇਸ ਤਰੀਕੇ ਨਾਲ ਇੰਪੋਰਟ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਅੱਗੇ ਧੰਦਾ ਫਿਰ ਹੋਰ ਨਵਾਂ ਸ਼ੁਰੂ ਹੋ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਵਾਰੀ ਪਕੜ ਚ ਆ ਜਾਂਦੀਆਂ, ਪਰ ਬਹੁਤ ਵਾਰੀ ਪਕੜ ਤੋਂ ਇਹ ਚੀਜ਼ਾਂ ਬਾਹਰ ਵੀ ਰਹਿ ਜਾਂਦੀਆਂ। ਪੰਜਾਬ ਦੇ ਵਿੱਚ ਇਹ ਖੇਪ ਫੜੀ ਗਈ ਆ। ਹੁਣ ਦੇਖੋ ਇਸ ਖੇਪ ਦੇ ਵਿੱਚੋਂ ਅੱਗੇ ਕੀ ਨਿਕਲਦਾ, ਇਹ ਖੁਰਾਕੋਂ ਚ ਕਿੱਧਰ ਨੂੰ ਜਾਂਦਾ। ਪਰ ਕਾਮਯਾਬੀ ਪੁਲਿਸ ਦੀ ਇੱਕ ਵਾਰੀ ਕਾਫੀ ਵੱਡੀ ਹੈ। ਵੈਸੇ ਇਹ ਜਿਹੜੀ ਕਾਮਯਾਬੀ ਆ ਉਹ ਪੁਲਿਸ ਦੀ ਘੱਟ ਕਹੀਏ ਤੇ ਆਮਦਨ ਵਿਭਾਗ ਦੀ ਜ਼ਿਆਦਾ, ਕਿਉਂਕਿ ਸੂਹ ਜਿਹੜੀ ਸੀ ਉਹ ਆਮਦਨ ਵਿਭਾਗ ਵਾਲੇ ਲਈ ਹੈ। ਜੀ ਜੀ। ਅਗਲੀ ਜਾਂਦੇ ਮਿੰਟੂ ਜੀ ਗੱਲ ਕਰੀਏ ਵੀ ਜਸਪਾਲ ਅਟਵਾਲ ਨੂੰ ਸੱਦਾ ਦੇਣ ਦੇ ਮਾਮਲੇ ਦੇ ਉੱਤੇ ਬਵਾਲ ਹੋਇਆ। ਦੇਖੋ, ਜਸਪਾਲ ਅਟਵਾਲ ਦੀ ਅਚਾਨਕ ਇੱਕ ਫੋਟੋ ਨਿਕਲੀ ਬੀਬੀ ਟਰੂਡੋ ਦੇ ਨਾਲ, ਫਿਰ ਉੱਥੋਂ ਬਵਾਲ ਚੱਲ ਪਿਆ। ਇਹ ਫੋਟੋ ਉਸ ਦਿਨ ਦੀ ਹੈ ਜਿੱਦਣ ਇਹ ਮੁੰਬਈ ਦੇ ਵਿੱਚ ਕੁਝ ਈਵੈਂਟਸ ਦੇ ਵਿੱਚ ਹਿੱਸਾ ਲੈ ਰਹੇ ਸੀਗੇ। ਉਸ ਤੋਂ ਬਾਅਦ ਜਸਪਾਲ ਅਟਵਾਲ ਦੀ ਪੱਤਰੀ ਖੋਲ ਦਿੱਤੀ। ਫਿਰ ਇੱਥੋਂ ਦੇ ਮੀਡੀਆ ਨੇ ਉਹਦਾ ਪਿਛੋਕੜ ਜੁੜਿਆ
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਪਤਾ ਲੱਗਿਆ ਜੀ ਕਿ ਇਹ ਬੰਦਾ ਤੇ ਇੱਕ ਉਸ ਸਮੇਂ ਦੇ ਮੰਤਰੀ ਦੇ ਉੱਤੇ ਕਾਤਲਾਨਾ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਸੀਗਾ। ਐਰਾ ਵਗੈਰਾ ਕਾਫੀ ਗੱਲਾਂ ਫਿਰ ਨਿਕਲੀਆਂ ਔਰ ਇਹ ਚੱਲਦਾ ਮਸਲਾ ਫਿਰ ਦੇਰ ਸ਼ਾਮ ਤੱਕ ਬਹੁਤ ਵੱਡੇ ਪੱਧਰ ਤੇ ਇੱਕ ਕੌਮੀ ਮਸਲਾ ਬਣ ਗਿਆ ਇੱਥੇ ਇੰਡੀਆ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਿਸ ਤਰੀਕੇ ਨਾਲ ਇਸਤਕਬਾਲ ਹੋਇਆ ਉਸ ਤੋਂ ਬਾਅਦ ਫਿਰ ਇਹਨਾਂ ਦੀ ਮਿਲਣੀ ਹੋਈ, ਸਭ ਕੁਛ ਠੀਕ ਹੋਣ ਦੇ ਸੰਕੇਤ ਮਿਲੇ, ਪਰ ਅਚਾਨਕ ਇਹ ਮੁੱਦਾ ਨਿਕਲ ਆਇਆ ਔਰ ਉਸ ਵੇਲੇ ਨਿਕਲ ਆਇਆ ਜਦੋਂ ਕੁਛ ਘੰਟਿਆਂ ਬਾਅਦ ਦੋਨਾਂ ਪ੍ਰਧਾਨ ਮੰਤਰੀਆਂ ਨੇ ਮੁਲਾਕਾਤ ਕਰਨੀ ਸੀਗੀ। ਹੁਣ ਇਸ ਮਸਲੇ ਤੇ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਵੀ ਬੈਕਫੁੱਟ ਤੇ ਚਲੇ ਗਏ, ਕਿਉਂਕਿ ਕੱਲ ਕੁਛ ਹੋਰ ਕਹਿ ਕੇ ਆਏ ਸੀ, ਅੱਜ ਕੁਛ ਹੋਰ ਨਿਕਲ ਆਇਆ। ਕਿਉਂਕਿ ਇਹ ਅਟਵਾਲ ਨੂੰ ਦੱਸਿਆ ਜਾ ਰਿਹਾ ਕਿ ਖਾਲਿਸਤਾਨੀ ਪਿਛੋਕੜ ਵਾਲਾ। ਹੁਣ ਉਸ ਮਸਲੇ ਤੇ ਇਹਨਾਂ ਨੇ ਸਫਾਈ ਦਿੱਤੀ ਆ ਕਿ ਦੇਖੋ ਜੀ ਅਸੀਂ ਇਹਦਾ ਇਨਵੀਟੇਸ਼ਨ ਰੱਦ ਕਰ ਦਿੱਤਾ, ਜਿਹੜਾ ਕਿ ਉਹ ਕਮਿਸ਼ਨਰ ਜਿਹੜਾ ਇਹਨਾਂ ਦਾ ਹਾਈ ਕਮਿਸ਼ਨਰ ਹੈ ਉਹਦੇ ਵੱਲੋਂ ਜਿਹੜਾ ਡਿਨਰ ਦਿੱਤਾ ਜਾਣਾ ਸੀ, ਜੋ ਉਹਦੇ ਲਈ ਇਹਨੂੰ ਇਨਵੀਟੇਸ਼ਨ ਭੇਜਿਆ ਸੀਗਾ, ਅਸੀਂ ਰੱਦ ਕਰ ਦਿੱਤਾ, ਖੁਦ ਜਸਟਿਨ ਟਰੂਡੋ ਨੇ ਕਿਹਾ। ਇਸ ਤੋਂ ਇਲਾਵਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਭੇਜਿਆ ਸੀਗਾ ਸੱਦਾ, ਉਹਨੇ ਵੀ ਅਪੋਲੋਜਾਈਜ਼ ਕੀਤਾ ਕਿ ਮੈਥੋਂ ਗਲਤੀ ਹੋਈ ਆ, ਮੈਨੂੰ ਨਹੀਂ ਸੀ ਪਤਾ, ਏਦਾਂ ਨਹੀਂ ਸੀ ਹੋਣਾ ਚਾਹੀਦਾ। ਪਰ ਸਭ ਤੋਂ ਵੱਡਾ ਸਵਾਲ ਇੱਥੇ ਇਹ ਗੂੰਜਦਾ ਪਿਆ ਕਿ ਜੇ ਇਹ ਬੰਦਾ ਇਹੋ ਜਿਹਾ ਸੀਗਾ ਤੇ ਫਿਰ ਇਹਨੂੰ ਵੀਜ਼ਾ ਕਿਹਨੇ ਦਿੱਤਾ? ਹੁਣ ਉਹਦੇ ਤੇ ਸਰਕਾਰ ਜਿਹੜੀ ਪਲਟੀ ਮਾਰਦੀ ਪਈ, ਕਹਿੰਦੀ ਜੀ ਅਸੀਂ ਜਾਂਚ ਪੜਤਾਲ ਕਰਵਾਵਾਂਗੇ, ਬੰਦਾ ਕਿਵੇਂ ਵੀਜ਼ਾ ਲੈ ਗਿਆ, ਇਹ ਕੀਤਾ, ਇਹ ਉਹ ਕੀਤਾ। ਸੋ ਲੱਲੇ ਭੱਬੇ ਮਾਰੀ ਜਾਂਦੇ, ਸਪਸ਼ਟ ਉਹ ਕੁਛ ਨਹੀਂ ਦੱਸਦੇ ਕਿ ਜੇ ਬੰਦਾ ਇੰਨਾ ਹੀ ਖਤਰਨਾਕ ਸੀਗਾ ਤੇ ਵੀਜ਼ਾ ਕਿਵੇਂ ਲੈ ਗਿਆ। ਸੋ ਕੁੱਲ ਮਿਲਾ ਕੇ ਜਿਹੜੀ ਗੱਡੀ ਪਟੜੀ ਤੇ ਚੜੀ ਸੀਗੀ ਉਹ ਇੱਕ ਵਾਰ ਫੇਰ ਇਸ ਮੁੱਦੇ ਨੇ ਗੱਡੀ ਪਟੜੀ ਤੋਂ ਲਾ ਦਿੱਤੀ ਆ। ਸਵੇਰੇ ਹੁਣ ਦੇਖੋ ਕੀ ਬਣਦਾ। ਉਹਦਾ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਾ ਇਹ ਕੈਨੇਡਾ ਦੇ ਵਫਦ ਨੇ ਵੀ ਥੋੜੀ ਜਿਹੀ ਗਲਤੀ ਕੀਤੀ ਆ ਕਿ ਦੇਖੋ ਭਾਰਤ ਦੇ ਵਿੱਚ ਆਏ ਆ, ਥੋੜਾ ਬਹੁਤ ਹਿੱਤਾਂ ਦਾ ਖਿਆਲ ਰੱਖਣਾ ਪੈਂਦਾ। ਆਪਦੇ ਮੁਲਕ ਦੇ ਵਿੱਚ ਸਭ ਕੁਝ ਚੀਜ਼ਾਂ ਜਿਹੜੀਆਂ ਚਲਾਈ ਚੱਲੀ ਜਾਂਦੀਆਂ। ਪਰ ਇੱਥੇ ਦੂਜੀ ਚੀਜ਼ ਇੱਕ ਹੋਰ ਵੀ ਵੇਖਣ ਵਾਲੀ ਹੈ ਕਿ ਦੇਖੋ ਕੈਨੇਡਾ ਵਰਗਾ ਮਹੱਤਵਪੂਰਨ ਦੇਸ਼ ਹੈ, ਉਹ ਇੱਕ ਲੀਕ ਨੂੰ ਕੁੱਟੀ ਜਾਣਾ, ਉਹ ਲੱਗਦਾ ਇਹ ਆ ਕਿ ਮੁੱਦਾ ਖਾਲਿਸਤਾਨ ਦਾ ਨਹੀਂ ਹੈ, ਮੁੱਦਾ ਇੱਕ ਵਿਚਾਰਧਾਰਾ ਦਾ ਨਹੀਂ, ਮੁੱਦਾ ਅਸਲ ਦੇ ਵਿੱਚ ਇੱਕ ਚਿੜ ਨਾਲ ਜੁੜਿਆ ਹੋਇਆ। ਜਿੱਦਾਂ ਉਹਨਾਂ ਨੇ ਸਿੱਖ ਕਤਲੇਆਮ ਦਾ ਮਤਾ ਪਾਇਆ ਓਨਟਾਰੀਓ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਜਿਸ ਤਰੀਕੇ ਨਾਲ ਗਾਟਾ ਮਾਰੂ ਵਾਲੇ ਕਾਂਡ ਤੋਂ ਕਈ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਕੀਤੀਆਂ ਨੂੰ ਖਿੱਚ ਜਿੱਦਾਂ ਲੱਗਦੀ ਹੈ ਕਿ ਉਹ ਖਿੱਚ ਲਾਈ ਜਾ ਰਹੀ ਹੈ, ਜਿਸ ਤਰੀਕੇ ਨਾਲ ਪ੍ਰੋਪੇਗੈਂਡਾ ਕੀਤਾ। ਕਿਉਂਕਿ ਦੇਖੋ ਮੈਂਬਰ ਪਾਰਲੀਮੈਂਟ ਨੇ ਮਾਫੀ ਮੰਗ ਲਈ ਕਿ ਭਾਈ ਗਲਤੀ ਨਾਲ ਇਹਦਾ ਨਾਂ ਜਿਹੜਾ ਉਸ ਲਿਸਟ ਦੇ ਵਿੱਚ ਪੈ ਗਿਆ, ਖੁਦ ਪ੍ਰਧਾਨ ਮੰਤਰੀ ਸਫਾਈ ਦੇ ਰਿਹਾ, ਪਰ ਫਿਰ ਵੀ ਉਸ ਮੁੱਦੇ ਨੂੰ ਰਬੜ ਵਾਂਗੂ ਖਿੱਚਿਆ ਜਾ ਰਿਹਾ, ਜਦ ਕਿ ਹੋਣਾ ਇਹ ਚਾਹੀਦਾ ਕਿ ਇਹ ਚੀਜ਼ਾਂ ਜਿਹੜੀਆਂ ਠੀਕ ਹੈ ਤੁਸੀਂ ਗਿਲੇ ਸ਼ਿਕਵੇ ਦੇ ਰੂਪ ਚ ਰੱਖ ਦਿੱਤੀਆਂ, ਕੈਪਟਨ ਅਮਰਿੰਦਰ ਤੋਂ ਰਖਵਾ ਦਿੱਤੀਆਂ, ਬਸ ਠੀਕ ਠਾਕ ਆ, ਤੁਸੀਂ ਆਪਣਾ ਗਿਲਾ ਸ਼ਿਕਵਾ ਜ਼ਾਹਰ ਕਰ ਦਿੱਤਾ। ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਅੱਗੇ ਉਹ ਚੀਜ਼ਾਂ ਹੋ ਨਹੀਂ ਰਹੀਆਂ, ਬਲਕਿ ਆਹ ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਦੀ ਕੋਈ ਵੁਕਤ ਵੀ ਨਹੀਂ ਹੈਗੀ ਬਹੁਤੀ, ਉਹ ਚੀਜ਼ਾਂ ਲਗਾਤਾਰ ਲੰਮੀਆਂ ਖਿੱਚੀਆਂ ਜਾ ਰਹੀਆਂ। ਸ਼ਾਇਦ ਉਹੀ ਮੈਂ ਜਿਵੇਂ ਕਿਹਾ ਨਾ ਕਿ ਇੱਕ ਚਿੜ ਨਜ਼ਰ ਆਉਂਦੀ, ਹੋਰ ਕੁਛ ਨਹੀਂ, ਇੱਕ ਖੇਜ਼ੀ ਆ ਬਸ। ਜੀ ਬਿਲਕੁਲ ਇਹਨਾਂ ਦੀ ਆਪਣੀ ਇਹਨਾਂ ਨੇ ਲਿਸਟ ਚੋਂ ਇਸ ਦਾ ਨਾਂ ਜਿਹੜਾ ਆ ਕਾਫੀ ਸਮਾਂ ਪਹਿਲਾਂ ਜਿਹੜਾ ਕੱਢ ਦਿੱਤਾ ਸੀਗਾ, ਤੇ ਫਿਰ ਇਹਨਾਂ ਨੂੰ ਵੈਸੇ ਵੀ ਇਹ ਖਿੱਚ ਜਿੱਦਾਂ ਤੁਸੀਂ ਕਿਹਾ ਜ਼ਿਆਦਾ ਚੜ੍ਹਦੀ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਜਿਹੜਾ ਜੀ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।